ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਤੇ ਤੁਸੀਂ ਵੇਖ ਰਹੇ ਹੋ ਜ਼ੀ ਪੰਜਾਬੀ। ਇਸ ਦੇ ਨਾਲ ਹੀ ਮੇਰੇ ਨਾਲ ਮਮਤਾ ਸ਼ਰਮਾ ਜੀ ਵੀ ਹਾਜ਼ਰ ਹੋ ਚੁੱਕੇ ਨੇ। ਸਤਿ ਸ਼੍ਰੀ ਅਕਾਲ ਮਮਤਾ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਪ੍ਰੀਤ ਜੀ। ਪ੍ਰੀਤ, ਤੁਹਾਡੇ ਕੁਝ ਵੀ ਗੱਲ ਕਰਨ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗੀ ਹੈਪੀ ਵੂਮੈਨਸ ਡੇ। ਬਿਲਕੁਲ ਹੈਪੀ ਵੂਮੈਨਸ ਡੇ ਤੇ ਦਰਸ਼ਕਾਂ ਨੂੰ ਵੀ ਬਹੁਤ ਬਹੁਤ ਤੁਹਾਨੂੰ ਪ੍ਰੀਤ, ਮੇਰੇ ਵੱਲੋਂ ਤੇ ਮੇਰੇ ਸਰੋਤਿਆਂ ਨੂੰ ਵੂਮੈਨਸ ਡੇ, ਜਿਹਨੂੰ ਆਪਾਂ ਪੰਜਾਬੀ ਚ ਕਹਿ ਸਕਦੇ ਹਾਂ ਔਰਤ ਦਿਵਸ, ਬਿਲਕੁਲ ਮਤਲਬ ਔਰਤ ਦਿਵਸ ਯਾਨੀ ਕਿ ਵੂਮੈਨਸ ਡੇ ਦੀਆਂ ਬਹੁਤ ਲੱਖ ਲੱਖ ਮੁਬਾਰਕਾਂ ਹੋਣ। ਜੀ ਜੀ ਮਮਤਾ, ਅੱਜ ਆਪਾਂ ਗੱਲ ਕਰਾਂਗੇ ਜਿਵੇਂ ਕਿ ਹੁਣ ਤੁਸੀਂ ਕਿਹਾ ਕਿ ਲੱਖ ਲੱਖ ਮੁਬਾਰਕਾਂ ਵੂਮੈਨਸ ਡੇ ਦੀਆਂ ਅੱਜ। ਹਾਂਜੀ। ਲੇਕਿਨ ਮਮਤਾ, ਜਿਹੜਾ ਅੱਜ ਦਾ ਦਿਨ ਵੂਮਨ ਡੇ ਮਨਾਇਆ ਜਾਂਦਾ ਹੈ, ਪਰ ਲੇਡੀਜ਼ ਜਿਹੜੀ ਹੁੰਦੀ ਹੈ, ਜਿਹੜੀ ਵੂਮਨ ਹੁੰਦੀ ਹੈ, ਔਰਤ ਹੁੰਦੀ ਹੈ, ਉਹ ਡੇਲੀ ਕੋਈ ਨਾ ਕੋਈ ਹਰ ਦਿਨ ਕੁਰਬਾਨ ਕਰਦੀ ਆ ਤੇ ਹਰ ਰੋਜ਼ ਉਹਨੂੰ ਰਿਸਪੈਕਟ ਨਹੀਂ ਮਿਲਦੀ। ਲੇਕਿਨ ਜਿਹੜਾ ਇਹ ਵੂਮਨ ਡੇ ਮਨਾਇਆ ਜਾਂਦਾ, ਉਸੇ ਦਿਨ ਹਰ ਕੋਈ ਬੱਚੇ ਤੋਂ ਲੈ ਕੇ ਵੱਡਾ ਹਰ ਕੋਈ ਸਟੇਟਸ ਪਾਉਂਦਾ ਹੈ। ਵੂਮਨਸ ਡੇ ਕੁਛ ਵੀ ਐਵਰੀਥਿੰਗ ਸਟੇਟਸ ਪਾਉਂਦੇ ਨੇ। ਇੱਕ ਦਿਨ 'ਚ ਹੀ ਉਹਨੂੰ ਇੰਨੀ ਰਿਸਪੈਕਟ ਦਿੰਦੇ ਨੇ। ਲੇਕਿਨ ਜਿਹੜਾ ਡੇਲੀ ਉਹਦਾ ਦਿਨ ਹੁੰਦਾ, ਡੇਲੀ ਕੁਛ ਨਾ ਕੁਛ ਉਹ ਕੁਰਬਾਨ ਕਰਦੀ ਹੈ, ਪਰ ਉਸ ਦਿਨ 'ਚ ਉਸਦੀ ਰਿਸਪੈਕਟ ਕਿਉਂ ਨਹੀਂ ਕੀਤੀ ਜਾਂਦੀ? ਇਹ ਇੱਕ ਦਿਨ ਹੀ ਕਿਉਂ ਦੀ ਇਸ ਤਰ੍ਹਾਂ ਰਿਸਪੈਕਟ ਕੀਤੀ ਜਾਂਦੀ ਹੈ? ਤੁਸੀਂ ਜਿੱਦਾਂ ਕਿਹਾ ਵੀ ਡੇਲੀ ਸ਼ੋਸ਼ਣ ਹੁੰਦਾ ਔਰਤ ਦਾ, ਠੀਕ ਹੈ, ਔਰ ਇੱਕ ਦਿਨ ਵੂਮਨ ਡੇ ਮਨਾ ਕੇ ਜਿਹੜਾ ਹੈਗਾ ਕੋਈ ਬੈਨੀਫਿਟ ਨਹੀਂ। ਪਰ ਮੈਂ ਤੁਹਾਨੂੰ ਦੱਸਾਂ, ਆਪਣਾ ਸਮਾਜ ਨਾ ਪ੍ਰੀਤ ਐਦਾਂ ਦਾ ਹੋ ਚੁੱਕਾ ਹੈ ਵੀ ਸਮਾਜ ਇਹ ਦਿਖਾਵੇ 'ਚ ਜ਼ਿਆਦਾ ਵਿਸ਼ਵਾਸ ਕਰਨ ਲੱਗ ਪਿਆ ਹੈਗਾ। ਭਾਵੇਂ ਜੇ ਗੱਲ ਕਰੀਏ ਵੂਮੈਨਸ ਡੇ ਦੀ, ਪਰ ਇਹਦੇ ਨਾਲ ਨਾਲ ਅਸੀਂ ਗੱਲ ਕਰਾਂਗੇ ਫਾਦਰਸ ਡੇ, ਮਦਰਸ ਡੇ, ਸਿਸਟਰਸ ਡੇ। ਮਤਲਬ ਰਿਸ਼ਤਿਆਂ ਨੂੰ ਉੱਦਾਂ ਕੋਈ ਅਹਿਮੀਅਤ ਨਹੀਂ ਦਿੱਤੀ ਜਾ ਰਹੀ, ਪਰ ਜਦੋਂ ਕੋਈ ਵੀ ਇੰਜ ਦਾ ਦਿਨ ਆਉਂਦਾ, ਕੋਈ ਡੇ ਇੱਦਾਂ ਦਾ ਸੈਲੀਬ੍ਰੇਟ ਹੁੰਦਾ ਹੈ, ਤਾਂ ਉਸ ਡੇ ਦੇ ਨਾਮ ਨਾਲ ਜਿਹੜਾ ਹੈਗਾ ਆਪਣੇ ਪਰਿਵਾਰ ਦੇ ਉਹਨਾਂ ਮੈਂਬਰਾਂ ਦੀਆਂ ਫੋਟੋਆਂ ਚੜਾਈਆਂ ਜਾਂਦੀਆਂ ਹੈਗੀਆਂ, ਜਾਂ ਉਹਨਾਂ ਨਾਲ ਕੋਈ ਰੀਲਸ ਬਣਾ ਕੇ ਅਪਲੋਡ ਕੀਤੀਆਂ ਜਾਂਦੀਆਂ ਹੈਗੀਆਂ, ਜਾਂ ਉੱਦਾਂ ਹੀ ਸਟੇਟਸ 'ਤੇ ਪਾ ਦਿੱਤਾ ਜਾਂਦਾ ਹੈਗਾ। ਪਰ ਕੀ ਇਹ ਸਟੇਟਸ ਪਾਣੇ ਜਿਹੜੇ ਹੈਗੇ ਆ ਉਹ ਬਹੁਤ ਵਧੀਆ ਚੀਜ਼ ਹੈ? ਕਿਉਂਕਿ ਜੇ ਤੁਸੀਂ ਰੋਜ਼ਾਨਾ ਰੂਟੀਨ ਵਿੱਚ ਉਹਨਾਂ ਰਿਸ਼ਤਿਆਂ ਨੂੰ ਕੋਈ ਅਹਿਮੀਅਤ ਨਹੀਂ ਦਿੰਦੇ, ਤੁਸੀਂ ਆਪਣੀਆਂ ਭੈਣਾਂ ਨਾਲ ਲੜੀ ਜਾਂਦੇ ਹੋ, ਤੁਸੀਂ ਆਪਣੇ ਭਰਾਵਾਂ ਨਾਲ ਲੜੀ ਜਾਂਦੇ ਹੋ, ਤੁਸੀਂ ਆਪਣੀ ਪਤਨੀਆਂ ਨਾਲ ਲੜੀ ਜਾਂਦੇ ਹੋ, ਔਰ ਤੁਸੀਂ ਆਪਣੇ ਪੇਰੈਂਟਸ ਨਾਲ ਲੜੀ ਜਾਂਦੇ ਹੈਗੇ, ਤਾਂ ਫਿਰ ਕੋਈ ਵੀ ਡੇ ਹੋਵੇ, ਉਹਨਾਂ ਡੇ ਨੂੰ ਸੈਲੀਬ੍ਰੇਸ਼ਨ ਕਰਨ ਦਾ ਕੋਈ ਤੁੱਕ ਨਹੀਂ ਹੈਗਾ। ਮਤਲਬ ਇਹ ਸਭ, ਜੇ ਤੁਸੀਂ ਕਹਿੰਦੇ ਹੋ ਕਿ ਲੋਕਾਂ ਦੇ ਅੱਛੇ ਤੁਸੀਂ ਵਧੀਆ ਬਣ ਜਾਓ ਅੱਗੇ, ਠੀਕ ਹੈ, ਤੁਸੀਂ ਲੋਕ ਦਿਖਾਵਾ ਕਰ ਰਹੇ ਹੋ, ਤੁਸੀਂ ਤੁਹਾਡਾ ਕੋਈ ਮਤਲਬ ਖੁਦ ਦਾ ਸੈਲਫ ਸਟੈਂਡ ਨਹੀਂ ਹੈਗਾ ਕਿ ਤੁਸੀਂ ਨਾ ਆਪਣੇ ਬੱਚਿਆਂ ਪ੍ਰਤੀ, ਨਾ ਤੁਸੀਂ ਆਪਣੀ ਫੈਮਿਲੀ ਪ੍ਰਤੀ, ਨਾ ਤੁਸੀਂ ਆਪਣੀਆਂ ਭੈਣਾਂ ਪ੍ਰਤੀ, ਤੁਸੀਂ ਕਿਸੇ ਪ੍ਰਤੀ ਜੇ ਲੋਇਲ ਨਹੀਂ, ਔਰ ਤੁਸੀਂ ਸਟੇਟਸ ਤੇ ਚੜਾ ਰਹੇ ਹੋ ਹੈਪੀ ਵੂਮੈਨਸ ਡੇ, ਹੈਪੀ ਸਿਸਟਰਸ ਡੇ, ਹੈਪੀ ਕਿਡਸ ਡੇ, ਫਾਦਰਸ ਡੇ। ਮਤਲਬ ਇਹ ਡੇ ਬਣਾ ਕੇ ਨਾ, ਮੈਂ ਦੱਸਾਂ, ਇਹ ਵੀ ਇੱਕ ਹੁਣ ਰਿਸ਼ਤੇ ਜਿਹੜੇ ਹੈਗੇ ਲੋਕ ਦਿਖਾਵੇ ਦਾ ਨਾਮ ਰਹਿ ਗਏ ਹੈਗੇ ਵੀ ਤੁਸੀਂ ਇੱਕ ਦਿਨ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਸੈਲੀਬ੍ਰੇਟ ਕਰ ਦਿੱਤਾ, ਇੱਕ ਦਿਨ ਉਹਨਾਂ ਨੂੰ ਓਬਲਾਈਜ਼ ਕਰ ਦਿੱਤਾ, ਬਾਕੀ ਸਾਲ ਦੇ ਜਿਹੜੇ 364 ਦਿਨ ਹੈਗੇ ਆ ਤੁਸੀਂ ਮਤਲਬ ਉਹਨਾਂ ਨਾਲ ਲੜ ਕੇ ਉਹਨਾਂ ਦੇ ਇੰਨੇ ਬੁਰੇ ਹਾਲਾਤ ਕਰਦੇ ਹੋ। ਜੇ ਆਪਾਂ ਵੂਮੈਨਸ ਡੇ ਦੀ ਵੀ ਗੱਲ ਕਰੀਏ ਤੇ ਸਦੀਆਂ ਤੋਂ ਜਿਹੜਾ ਹੈਗਾ ਆਪਣੀਆਂ ਔਰਤਾਂ ਦੀ ਪੂਰੀ ਜਿਹੜੀ ਹੈਗੀ ਗੱਤ ਵਿਗਾੜ ਕੇ ਰੱਖੀ ਜਾਂਦੀ ਹੈਗੀ। ਉਹਨਾਂ ਨੂੰ ਨਾ ਤਾਂ ਪੁੱਛਿਆ ਜਾਂਦਾ ਹੈਗਾ ਕਿਸੇ ਵੀ ਚੀਜ਼ ਬਾਰੇ, ਨਾ ਉਹਨਾਂ ਨੂੰ ਮਤਲਬ ਇਹ ਵੂਮਨ ਡੇ ਪ੍ਰੀਤ ਬਹੁਤ ਬਹੁਤ ਸਾਲਾਂ ਤੋਂ, ਕਿ ਮਤਲਬ ਈਵਨ ਆਪਣੇ ਇੰਡੀਆ 'ਚ ਨਹੀਂ, ਵਰਲਡ ਵਾਈਡ ਵੀ ਜਿਹੜਾ ਹੈਗਾ ਔਰਤਾਂ ਦੀ ਬਹੁਤ ਸਮੇਂ ਪਹਿਲਾਂ ਜਿਹੜੀ ਹੈਗੀ ਆ ਹਾਲਤ ਬਹੁਤ ਖਰਾਬ ਹੁੰਦੀ ਬਿਲਕੁਲ। ਸੀਗੀ। ਕਈਆਂ ਨੂੰ ਇਹ ਵੀ ਨਹੀਂ ਪਤਾ ਕਿ ਮਮਤਾ ਵੂਮਨ ਡੇ ਮਨਾਉਂਦੇ ਕਿਉਂ ਨੇ, ਕਿਉਂ ਮਨਾਉਂਦੇ ਨੇ। ਬਸ ਉਹ ਜਿਵੇਂ ਇੱਕ ਭੇਡ ਚਾਲ ਹੁੰਦੀ ਹੈ ਨਾ, ਉਸ ਤਰ੍ਹਾਂ ਚੱਲਦੀ ਜਾ ਰਹੀ ਹੈ, ਕਦੇ ਸਟੇਟਸ ਪਾਤੇ, ਕਦੇ ਕੁਛ ਕਰਤਾ, ਹੈ ਨਾ, ਪਰ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਜਿਹੜਾ ਵੂਮਨ ਡੇ ਹੈ ਕਿਉਂ ਮਨਾਇਆ ਜਾਂਦਾ ਹੈ। ਹਾਂਜੀ, ਮੈਂ ਉਹੀ ਗੱਲ ਕਰਨ ਲੱਗੀ ਸੀਗੀ ਕਿ ਮਤਲਬ ਸਦੀਆਂ ਤੋਂ ਜਿਹੜਾ ਹੈਗਾ ਆਪਣੇ ਸਿਰਫ ਇੰਡੀਆ 'ਚ ਨਹੀਂ, ਆਪਣੇ ਵਰਲਡ ਵਾਈਡ ਜਿਹੜਾ ਹੈਗਾ ਔਰਤਾਂ ਦੇ ਹਾਲਾਤ ਬਹੁਤ ਮਾੜੇ ਸੀਗੇ। ਔਰਤਾਂ ਨੂੰ ਜਿਹੜਾ ਹੈਗਾ ਨੀਚੇ ਪੱਧਰ ਦਾ ਜਿਹੜਾ ਹੈਗਾ ਇੱਕ ਪ੍ਰਾਣੀ ਸਮਝਿਆ ਜਾਂਦਾ ਸੀਗਾ। ਉਹਨਾਂ ਨੂੰ ਕੋਈ ਬਰਾਬਰੀ ਦਾ ਹੱਕ ਨਹੀਂ ਸੀਗਾ, ਉਹਨਾਂ ਨੂੰ ਕੋਈ ਪ੍ਰੋਪਰਟੀ ਲੈਣ ਦਾ ਹੱਕ ਨਹੀਂ ਸੀਗਾ, ਉਹਨਾਂ ਨੂੰ ਕੋਈ ਕੰਮ ਕਰਨ ਦਾ ਹੱਕ ਨਹੀਂ ਸੀਗਾ। ਉਹ ਸਿਰਫ ਜਿਹੜਾ ਹੈਗਾ ਵੀ ਘਰ ਵਿੱਚ ਇੱਕ ਕਹਿੰਦੇ ਬੱਚੇ ਪੈਦਾ ਕਰਨ ਦੀ ਮਸ਼ੀਨ, ਜਾਂ ਫਿਰ ਸਿਰਫ ਚੁੱਲ੍ਹੇ ਚੌਂਕੇ ਜੋਗਾ ਰਹਿ ਗਿਆ। ਬਟ ਮਤਲਬ ਇਹਨਾਂ ਚੀਜ਼ਾਂ ਵਾਸਤੇ ਬਹੁਤ ਸੰਘਰਸ਼ ਹੋਏ, ਬੜਾ ਕੁਛ ਹੋਇਆ ਹੈਗਾ। ਔਰ ਆਪਾਂ ਗੱਲ ਕਰੀਏ ਜੇ ਮਤਲਬ ਔਰਤਾਂ ਦੇ ਸੰਘਰਸ਼ ਦੀ, ਇੱਕ ਆਪਣੇ ਕੋਲ ਕਹਾਣੀ ਆਉਂਦੀ ਕਿ ਜਦੋਂ ਰਾਣੀ ਲਕਸ਼ਮੀ ਬਾਈ ਸਿੰਘਾਸਨ ਤੇ ਬੈਠੇ ਸੀਗੇ ਝਾਂਸੀ ਦੇ ਤੇ ਉਹਨਾਂ ਨੂੰ ਵੀ ਜਿਹੜਾ ਹੈਗਾ ਅੰਗਰੇਜ਼ਾਂ ਨੇ ਐਕਸੈਪਟ ਨਹੀਂ ਕੀਤਾ ਸੀਗਾ ਕਿ ਇੱਕ ਔਰਤ ਜਿਹੜੀ ਹੈਗੀ ਆ ਉਹ ਸਿੰਘਾਸਨ ਤੇ ਬੈਠੇ। ਮਤਲਬ ਇਹ ਤੁਸੀਂ ਗੱਲ ਕਰ ਲਓ ਕਿ ਆਪਾਂ ਜੇ ਅੱਜ ਗੱਲ ਕਰੀਏ, ਅੰਗਰੇਜ਼ ਜਿਹੜੇ ਹੈਗੇ ਉਸ ਵਕਤ ਵੀ ਬਹੁਤ ਐਡਵਾਂਸ ਮੰਨੇ ਜਾਂਦੇ ਸੀਗੇ, ਪਰ
ਅੰਗਰੇਜ਼ਾਂ ਨੇ ਵੀ ਜਿਹੜੀ ਹੈਗੀ ਇੱਕ ਔਰਤ ਦੀ ਉੱਥੇ ਹਕੂਮਤ ਜਿਹੜੀ ਹੈਗੀ ਹੈ ਉਹਨੂੰ ਪ੍ਰਵਾਨ ਨਹੀਂ ਹੋਣ ਦਿੱਤਾ ਸੀਗਾ, ਔਰ ਉਹਨਾਂ ਨੇ ਕਿਹਾ ਸੀਗਾ ਕਿ ਜੇ ਇਸ ਔਰਤ ਦਾ ਕੋਈ ਵਾਰਿਸ ਹੁੰਦਾ ਹੈਗਾ ਤਾਂ ਉਹ ਵਾਰਿਸ ਜਿਹੜਾ ਹੈਗਾ ਉਸ ਰਾਜ੍य ਦਾ ਜਿਹੜਾ ਹੈਗਾ ਵੀ ਉੱਤਰਾਧਿਕਾਰੀ ਹੋਊਗਾ, ਪਰ ਅਸੀਂ ਇੱਕ ਔਰਤ ਨੂੰ ਜਿਹੜਾ ਹੈਗਾ ਉਸ ਸ਼ਾਸਨ ਉਸ ਸਿੰਘਾਸਨ ਤੇ ਜਿਹੜਾ ਹੈਗਾ ਅਸੀਂ ਸ਼ਾਸਨ ਨਹੀਂ ਕਰਨ ਦੇਵਾਂਗੇ। ਮਤਲਬ ਕਿ ਉਦੋਂ ਵੀ ਆਪਾਂ ਨੂੰ ਯਾਦ ਹੈ ਕਿ ਰਾਣੀ ਲక్ష్ਮੀ ਬਾਈ ਨੇ ਮਤਲਬ ਔਰਤਾਂ ਵਾਸਤੇ ਕਿੰਨੀ ਕੁ ਜੱਦੋ-ਜਹਿਦ ਕੀਤੀ ਸੀਗੀ, ਔਰਤਾਂ ਨੂੰ ਸੇਫ ਰੱਖਣ ਵਾਸਤੇ, ਔਰਤਾਂ ਨੂੰ ਹੱਕ ਦਿਵਾਉਣ ਵਾਸਤੇ। ਮਤਲਬ ਇਹ ਇੰਨੀ ਸਦੀਆਂ ਤੋਂ ਹੀ ਜੱਦੋ-ਜਹਿਦ ਚੱਲਦੀਆਂ ਆ ਰਹੀਆਂ ਨੇ ਕਿ ਮਤਲਬ ਉਦੋਂ ਤੋਂ ਹੀ ਜੇ ਆਪਾਂ ਗੱਲ ਕਰੀਏ ਉਦੋਂ ਵੀ ਔਰਤਾਂ ਜਿਹੜੀਆਂ ਹੈਗੀਆਂ ਪਰਦੇ ਪ੍ਰਥਾ 'ਚ ਰਹਿੰਦੀਆਂ ਸੀਗੀਆਂ। ਔਰਤਾਂ ਨੂੰ ਜਿਹੜਾ ਹੈਗਾ ਪਰਦਾ ਕਰਕੇ ਰੱਖਣਾ ਪੈਂਦਾ ਸੀਗਾ ਗੈਰ ਮਰਦਾਂ ਦੇ ਸਾਹਮਣੇ, ਜਾਂ ਕੋਈ ਵੀ ਘਰ ਵਿੱਚ ਵੀ ਜੋ ਕੋਈ ਵੱਡੇ ਬਜ਼ੁਰਗ ਹੁੰਦੇ ਸੀਗੇ ਔਰਤਾਂ ਹਮੇਸ਼ਾ ਘੁੰਡ ਕੱਢ ਕੇ ਰੱਖਦੀਆਂ ਸੀਗੀਆਂ, ਔਰ ਉਹਨਾਂ ਨੂੰ ਕੋਈ ਵੀ ਆਪਣੇ ਬਜ਼ੁਰਗਾਂ ਸਾਹਮਣੇ ਜਾਂ ਆਪਣੇ ਬੇਟਿਆਂ ਸਾਹਮਣੇ ਜਾਂ ਆਪਣੇ ਪਤੀਆਂ ਸਾਹਮਣੇ ਬੋਲਣ ਦਾ ਕੋਈ ਹੱਕ ਨਹੀਂ ਸੀਗਾ। ਮਤਲਬ ਔਰ ਜੇ ਉਹਨਾਂ ਨੇ ਬੇਟਾ ਨਹੀਂ ਪੈਦਾ ਕੀਤਾ ਹੁੰਦਾ ਸੀਗਾ ਤਾਂ ਉਹਨਾਂ ਨੂੰ ਕਹਿੰਦੇ ਸੀਗੇ ਵੀ ਉਹ ਕਲੱਛਣੀਆਂ ਨੇ, ਕਲਹਿਣੀਆਂ ਨੇ, ਵੀ ਉਹ ਮਤਲਬ ਕਿਸੇ ਲਾਇਕ ਵੀ ਨਹੀਂ ਹੈਗੀਆਂ, ਕਿਉਂਕਿ ਜੇ ਉਹਨਾਂ ਨੇ ਘਰ ਨੂੰ ਵਾਰਿਸ ਨਹੀਂ ਦਿੱਤਾ ਹੈਗਾ ਤਾਂ ਇੰਜ ਦੀ ਔਰਤ ਜਿਹੜੀ ਹੈਗੀ ਉਹਨੂੰ ਪੱਥਰ ਮੰਨਿਆ ਜਾਂਦਾ ਸੀ। ਖਾਸ ਕਰਕੇ ਜੇ ਕਿਸੇ ਦੇ ਘਰ ਕੁੜੀਆਂ ਪੈਦਾ ਹੋ ਗਈਆਂ ਤਾਂ ਉਹਨਾਂ ਕੁੜੀਆਂ ਨੂੰ ਤੁਹਾਨੂੰ ਪਤਾ ਹੈ ਪ੍ਰੀਤ ਵੀ ਕੁੱਖ ਵਿੱਚ ਹੀ ਜਾਂ ਮਤਲਬ ਪੈਦਾ ਹੁੰਦੇ ਜਿਹੜਾ ਹੈਗਾ ਪੱਥਰ ਦੇ ਨਾਲ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀਗਾ। ਮਤਲਬ ਇਹ ਕਿੰਨੀ ਲੰਬੀ ਸੰਘਰਸ਼ ਦੀ ਕਹਾਣੀ ਹੈ। ਔਰ ਉਸ ਵਕਤ ਜੇ ਕੋਈ ਕੁੜੀ ਆਪਾਂ ਗੱਲ ਕਰੀਏ ਵੀ ਜੇ ਕੋਈ ਕੁੜੀ ਵਿਧਵਾ ਹੋ ਜਾਂਦੀ ਸੀਗੀ, ਵਿਧਵਾ ਹੋਈ ਕੁੜੀ ਨੂੰ ਜਿਹੜਾ ਹੈਗਾ ਪੂਰੀ ਉਮਰ ਚਲੋ ਸਫੇਦ ਵਸਤਰ ਤਾਂ ਜਿਹੜੇ ਉਹਨੇ ਪਹਿਨਨੇ ਹੈਗੇ, ਪਰ ਉਹਦੇ ਨਾਲ ਨਾਲ ਸਤੀ ਪ੍ਰਥਾ ਦਾ ਵੀ ਉਦੋਂ ਬਹੁਤ ਰਿਵਾਜ ਸੀਗਾ ਕਿ ਮਤਲਬ ਜੇ ਕਿਸੇ ਔਰਤ ਦਾ ਪਤੀ ਜਿਹੜਾ ਹੈਗਾ ਉਹ ਐਕਸਪਾਇਰ ਹੋ ਗਿਆ, ਉਹ ਮਰ ਗਿਆ ਹੈਗਾ, ਭਾਵੇਂ ਵਿਆਹ ਨੂੰ 4 ਦਿਨ ਕਿਉਂ ਨਾ ਹੋਏ ਹੁਣ, ਚਾਹੇ ਕੁੜੀ ਦੀ ਉਮਰ 20 ਸਾਲ 22 ਸਾਲ ਹੋਵੇ, ਉਹਨੂੰ ਪਹਿਲਾਂ ਤਾਂ ਇਹ ਪ੍ਰੈਸ਼ਰਾਈਜ਼ ਕੀਤਾ ਜਾਂਦਾ ਸੀਗਾ ਕਿ ਤੂੰ ਆਪਣੇ ਪਤੀ ਦੀ ਅਗਨੀ ਦੇ ਵਿੱਚ ਜੰਪ ਕਰ, ਤੂੰ ਉਹਦੇ ਵਿੱਚ ਉਹਦੇ ਨਾਲ ਜਿਹੜਾ ਹੈਗਾ ਆਪਣੇ ਸਰੀਰ ਨੂੰ ਕੁਰਬਾਨ ਕਰ, ਵੀ ਤੈਨੂੰ ਉਹਦੇ ਨਾਲ ਜਿਹੜਾ ਹੈਗਾ ਜੇ ਤੂੰ ਉਹਦੇ ਨਾਲ ਆਪਣੇ ਸਰੀਰ ਨੂੰ ਕੁਰਬਾਨ ਕਰੇਂਗੀ ਤਾਂ ਤੈਨੂੰ ਜਿਹੜਾ ਹੈਗਾ ਸਵਰਗ ਪ੍ਰਾਪਤ ਹੋਏਗਾ। ਫਿਰ ਚਲੋ ਜੇ ਸਤੀ ਪ੍ਰਥਾ ਨਹੀਂ ਹੁੰਦੀ ਸੀ ਕਈ ਥਾਵਾਂ ਤੇ ਉੱਥੇ ਜੇ ਏਦਾਂ ਹੀ ਹਸਬੈਂਡ ਜੇ ਐਕਸਪਾਇਰ ਹੋ ਗਏ ਤਾਂ ਕੁੜੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਮਤਲਬ ਉਹਨਾਂ ਦੇ ਵਿਚਾਰੀਆਂ ਦੇ ਵਾਲ ਬਿਲਕੁਲ ਕੱਟ ਦਿੱਤੇ ਜਾਂਦੇ ਸੀਗੇ, ਉਹਨਾਂ ਨੂੰ ਬਿਲਕੁਲ ਸਿਰ ਉਹਨਾਂ ਦਾ ਖਾਲੀ ਕਰ ਦਿੱਤਾ ਜਾਂਦਾ ਸੀ, ਮੁੰਨਣ ਕਰ ਦਿੱਤੇ ਜਾਂਦੇ ਸੀਗੇ, ਔਰ ਉਹ ਬਿਲਕੁਲ ਸਮਾਜਿਕ ਤੌਰ ਤੇ ਕੱਟ ਕੇ ਉਹਨਾਂ ਨੂੰ ਰਹਿਣ ਦੀ ਜਿਹੜੀ ਹੈਗੀ ਆ ਉਹ ਮਤਲਬ ਇਜਾਜ਼ਤ ਸੀਗੀ ਉਹਨਾਂ ਨੂੰ। ਮਤਲਬ ਇਹ ਰਿਸਟ੍ਰਿਕਸ਼ਨ ਸੀਗੀਆਂ ਕਿ ਉਹ ਸਮਾਜਿਕ ਤੌਰ ਤੇ ਕਿਸੇ ਵੀ ਪਰਿਵਾਰਾਂ ਵਿੱਚ ਕਿਸੇ ਵੀ ਸਮਾਜ ਵਿੱਚ ਉਹਨਾਂ ਨੂੰ ਰਹਿਣ ਦਾ ਹੱਕ ਨਹੀਂ ਸੀਗਾ। ਉਹਨਾਂ ਨੂੰ ਸੰਨਿਆਸ ਲੈ ਕੇ ਆਸ਼ਰਮਾਂ ਵਿੱਚ ਮਤਲਬ ਇੱਕ ਸੰਨਿਆਸੀ ਦੀ ਜ਼ਿੰਦਗੀ ਕੱਟਣੀ ਪੈਂਦੀ ਸੀਗੀ। ਕੋਈ ਦਿਨ ਤਿਉਹਾਰ ਹੈ ਕੋਈ ਵੀ ਹੈਗਾ, ਜੇ ਉਹ ਔਰਤਾਂ ਉੱਥੇ ਕਿਤੇ ਚਲੀਆਂ ਜਾਂਦੀਆਂ ਸੀਗੀਆਂ ਤਾਂ ਉਹਨਾਂ ਦੇ ਪਰਛਾਵੇਂ ਵੀ ਜਿਹੜੇ ਹੈਗੇ ਬਹੁਤ ਬੁਰੇ ਮੰਨੇ ਜਾਂਦੇ ਸੀ। ਕਿ ਮਤਲਬ ਤੁਸੀਂ ਦੇਖੋ ਕਿ ਕਿੰਨਾ ਕੁ ਬੁਰਾ ਦੌਰ ਸੀਗਾ ਕਿ ਔਰਤਾਂ ਨੂੰ ਮਤਲਬ ਆਪਣੀ ਜ਼ਿੰਦਗੀ ਵਿੱਚ ਮਤਲਬ ਕਹਿ ਲਓ ਕਿ ਆਪਣੀ ਮੌਜੂਦਗੀ ਸਾਬਿਤ ਕਰਨ ਵਾਸਤੇ ਔਰਤਾਂ ਨੂੰ ਕਿੰਨੇ ਕੁ ਸੰਘਰਸ਼ ਕਰਨੇ ਆਏ, ਔਰ ਟਿਲ ਡੇਟ ਜਿਹੜਾ ਹੈਗਾ ਉਹ ਸੰਘਰਸ਼ ਚੱਲਦਾ ਆ ਰਿਹਾ। ਕਿਉਂਕਿ ਪ੍ਰੀਤ ਦੇਖੋ ਤੁਸੀਂ ਵੀ ਗਰਲ, ਮੈਂ ਵੀ ਇੱਕ ਵੂਮਨ ਹੈਗੀ ਆ, ਸਾਨੂੰ ਵੀ ਪਤਾ ਕਿ ਅਸੀਂ ਲਾਈਫ ਵਿੱਚ ਮਤਲਬ ਡੇਲੀ ਜਿਹੜਾ ਹੈਗਾ ਕਿੰਨੇ ਅਪ ਡਾਊਨਸ ਦੇਖਦੇ, ਕਦੀ ਸਾਨੂੰ ਦਫ਼ਤਰਾਂ 'ਚ ਸੰਘਰਸ਼ ਕਰਨੇ ਪੈਂਦੇ ਹੈਗੇ, ਕਦੀ ਸਾਨੂੰ ਬਾਜ਼ਾਰਾਂ 'ਚ ਸੰਘਰਸ਼ ਕਰਨੇ ਪੈਂਦੇ, ਕਦੀ ਸਾਨੂੰ ਆਪਣੀ ਰੂਟੀਨ ਦੀ ਲਾਈਫ ਵਿੱਚ ਬੀਇੰਗ ਏ ਡਾਟਰ ਕਦੀ ਸੰਘਰਸ਼ ਕਰਨਾ ਪੈ ਰਿਹਾ, ਕਦੀ ਮੈਨੂੰ ਬੀਇੰਗ ਏ ਵਾਈਫ ਸੰਘਰਸ਼ ਕਰਨਾ ਪੈ ਰਿਹਾ, ਕਦੀ ਬੀਇੰਗ ਏ ਮਦਰ ਸੰਘਰਸ਼ ਕਰਨਾ ਪੈ ਰਿਹਾ। ਮਤਲਬ ਜੇ ਆਪਾਂ ਗੱਲ ਕਰੀਏ ਕਿ ਔਰਤਾਂ ਦੀ ਲਾਈਫ ਜਿਹੜੀ ਹੈਗੀ ਹੈ, ਚਾਹੇ ਸਮਾਜ ਨੇ ਹੁਣ ਔਰਤਾਂ ਨੂੰ ਬਹੁਤ ਉੱਚ ਪੱਧਰ ਦਾ ਦਰਜਾ ਦੇ ਦਿੱਤਾ ਹੈਗਾ ਤੇ ਪਰ ਫਿਰ ਵੀ ਕਿਤੇ ਨਾ ਕਿਤੇ ਕਹਿੰਦੇ ਆ ਵੀ ਔਰਤਾਂ ਹੱਲੇ ਵੀ ਜਿਹੜੀਆਂ ਹੈਗੀਆਂ ਸਮਾਜਿਕ ਤੌਰ ਤੇ ਆਪਣੇ ਆਪ ਨੂੰ ਉੱਚ ਪੱਧਰ ਤੇ ਦਿਖਾ ਰਹੀਆਂ, ਬਟ ਅੰਦਰ ਖਾਤੇ ਜੇ ਅਸੀਂ ਲੋਕਾਂ ਦੇ ਘਰਾਂ 'ਚ ਝਾਤ ਮਾਰੀਏ ਤੇ ਔਰਤਾਂ ਅੱਜ ਦੇ ਵਕਤ ਵੀ ਜਿਹੜਾ ਹੈਗਾ ਰੁੱਲ ਖੁੱਲ ਰਹੀਆਂ ਨੇ, ਔਰ ਉਹਨਾਂ ਨੂੰ ਅੱਜ ਦੇ ਵਕਤ ਵੀ ਜਿਹੜਾ ਹੈਗਾ ਆਪਣੇ ਮਨ ਨੂੰ ਮਾਰ ਕੇ ਬਹੁਤ ਚੀਜ਼ਾਂ ਕਰਨੀਆਂ ਪੈਂਦੀਆਂ। ਆਪਾਂ ਇਹ ਨਹੀਂ ਕਹਿੰਦੇ, ਆਪਾਂ ਨੂੰ ਪਤਾ ਹੈਗਾ ਪ੍ਰੀਤ ਵੀ ਔਰਤ ਜਿਹੜੀ ਹੈਗੀ ਹੈ ਬਲੀਦਾਨ ਦੀ ਮੂਰਤੀ ਹੈ, ਤਾਂ ਹੀ ਔਰਤ ਵਿੱਚ ਵੱਧ ਪੇਸ਼ੈਂਸ ਹੁੰਦੀ ਹੈ। ਔਰਤ ਜਿਹੜੀ ਹੈਗੀ ਹੈ ਬਹੁਤ ਮੁਸ਼ਕਿਲਾਂ ਨੂੰ ਦੇਖ ਕੇ ਵੀ ਫੇਰ ਵੀ ਖੜੀ ਰਹਿੰਦੀ ਹੈ ਮਰਦਾਂ ਦੇ ਮੁਕਾਬਲੇ ਵਿੱਚ। ਆਪਾਂ ਕਹਿੰਦੇ ਮਰਦ ਸਟਰੋਂਗ ਨੇ, ਪਰ ਮਰਦ ਸਟਰੋਂਗ ਨਹੀਂ ਹੁੰਦੇ ਹੈਗੇ, ਮਰਦ ਬਹੁਤ ਜਲਦੀ ਜਿਹੜਾ ਹੈਗਾ ਮਤਲਬ ਟੁੱਟ ਜਾਂਦੇ ਹੈਗੇ, ਪਰ ਔਰਤ ਜੇ ਆਈ ਤੇ ਆ ਜਾਏ ਤਾਂ ਔਰਤ ਇੰਨੀ ਕੁ ਸਟਰੋਂਗ ਹੋ ਜਾਂਦੀ ਹੈਗੀ ਹੈ ਕਿ ਉਹ ਆਪਣੀਆਂ ਕਹਿੰਦੇ ਵੀ ਗੱਲਾਂ ਪੂਰੀਆਂ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੀ ਹੈਗੀ ਹੈ। ਬਿਲਕੁਲ, ਜਿਵੇਂ ਕਹਿੰਦੇ ਨੇ ਨਾ ਕਿ ਧੁੱਪ ਸਹਿ ਕੇ ਛਾਂ ਬਣ ਜਾਂਦੀ ਹੈ ਧੀ, ਤੇ ਬਣਦੀ ਫਿਰ ਮਾਂ ਬਣ ਜਾਂਦੀ ਹੈ। ਜਿਸ ਵੀ ਘਰ ਵਿੱਚ ਜੰਮਦੀ ਲੜਕੀ ਸੱਚੀ ਰੱਬ ਦੀ ਥਾਂ ਬਣ ਜਾਂਦੀ ਹੈ। ਉਹੀ ਗੱਲ ਹੋ ਗਈ ਕੁੜੀਆਂ ਨੂੰ। ਵੈਸੇ ਤਾਂ ਸਾਡੇ ਦੇਸ਼ ਵਿੱਚ ਮਾਤਾ ਰਾਣੀ ਦੇ ਇੰਨੇ ਕੁ ਰੂਪ ਹੈਗੇ, ਸ਼ੇਰਾਂ ਵਾਲੀ ਮਾਤਾ, ਲਕਸ਼ਮੀ ਮਾਤਾ, ਸਰਸਵਤੀ ਮਾਤਾ, ਮਤਲਬ ਬਹੁਤ ਸਾਰੀ ਜਿਹੜੀਆਂ ਹੈਗੀਆਂ ਸਾਡੇ ਦੇਸ਼ ਵਿੱਚ, ਭਾਰਤ ਦੇਸ਼ ਵਿੱਚ ਮਾਤਾਵਾਂ ਦੇ ਰੂਪ ਹੈਗੇ। ਔਰ
ਜਿੰਨਾ ਕਹਿ ਲਓ ਆਪਣਾ ਭਾਰਤ ਦਾ ਸਮੁਦਾਇ ਹੈ, ਚਾਹੇ ਉਹ ਹਿੰਦੂ ਸਮੁਦਾਇ ਹੈ, ਸਿੱਖ ਸਮੁਦਾਇ ਹੈ, ਕੋਈ ਵੀ ਸਮੁਦਾਇ ਹੈਗੇ, ਇਹਨਾਂ ਦੇਵੀਆਂ ਦੇ ਅੱਗੇ ਸ਼ੀਸ਼ ਨਵਾਉਂਦੇ ਹੈਗੇ, ਇਹਨਾਂ ਦੇ ਅੱਗੇ ਮੱਥਾ ਟੇਕਦੇ ਹੈਗੇ, ਇਹਨਾਂ ਦੇ ਅੱਗੇ ਆਪਣੀਆਂ ਦੁਆਵਾਂ ਪੂਰੀਆਂ ਹੋਣ ਦੇ ਵਾਸਤੇ ਮਤਲਬ ਦੁਆਵਾਂ ਕਬੂਲ ਕਰਾਉਣ ਵਾਸਤੇ ਜਿਹੜਾ ਹੈਗਾ ਵਰਤ ਰੱਖੇ ਜਾਂਦੇ ਆ, ਬਹੁਤ ਕੁਝ ਰੱਖਿਆ ਜਾਂਦਾ, ਪੂਜਾ ਅਰਚਨਾ ਕੀਤੀ ਜਾਂਦੀ ਹੈ। ਆਪਣੇ ਇੱਥੇ ਪ੍ਰੀਤ ਕੰਜਕਾਂ ਮਨਾਈਆਂ ਜਾਂਦੀਆਂ ਹੈਗੀਆਂ, ਧੀਆਂ ਨੂੰ ਪੂਜਿਆ ਜਾਂਦਾ ਹੈਗਾ। ਮਤਲਬ ਇਹ ਸਾਰੇ ਪ੍ਰਚਲਨ ਜਿਹੜੇ ਹੈਗੇ ਇਹ ਬਹੁਤ ਸਦੀਆਂ ਤੋਂ ਚੱਲਦੇ ਆ ਰਹੇ ਹੈਗੇ, ਪਰ ਉਦੋਂ ਇਹਨਾਂ ਪ੍ਰਚਲਨਾਂ ਨੂੰ ਪੂਰਾ ਕੀਤਾ ਜਾਂਦਾ ਸੀਗਾ, ਬਟ ਉਹਦੇ ਨਾਲ ਨਾਲ ਜਿਹੜਾ ਸੀਗਾ ਵੀ ਕਿਤੇ ਨਾ ਕਿਤੇ ਅੰਦਰ ਖਾਤੇ ਜਿਹੜੇ ਕੁੜੀਆਂ ਤੇ ਉਹ ਕਹਿੰਦੇ ਨਾ ਤਸ਼ੱਦਦ ਵੀ ਢਾਈ ਜਾਂਦੀ ਸੀਗੀ ਕਿ ਇੱਕ ਪਾਸੇ ਤੁਸੀਂ ਕੰਜਕਾਂ ਨੂੰ ਪੂਜ ਰਹੇ ਹੋ ਔਰ ਦੂਸਰੇ ਪਾਸੇ ਤੁਸੀਂ ਕੁੜੀਆਂ ਨੂੰ ਮਾਰ ਰਹੇ ਹੋ, ਕੁੜੀਆਂ ਨੂੰ ਕਦੀ ਕਹਿ ਲਓ ਵੀ ਦੁੱਧ ਵਿੱਚ ਜ਼ਹਿਰ ਦੇ ਦਿੱਤਾ ਜਾਂਦਾ ਸੀ, ਕਦੀ ਲੱਸੀਆਂ ਵਿੱਚ, ਕਦੀ ਮਤਲਬ ਕੁਛ ਕੁੜੀਆਂ ਦੀ ਹਾਲਾਤ ਬਹੁਤ ਬੁਰੀ ਸੀਗੀ ਕਿ ਇੱਕ ਸਮਾਂ ਇਹ ਆ ਗਿਆ ਸੀ ਕਿ ਮੁੰਡਿਆਂ ਦੇ ਮੁਕਾਬਲੇ 'ਚ ਕੁੜੀਆਂ ਦੀ ਗਿਣਤੀ ਇੰਨੀ ਕੁ ਘੱਟ ਹੋ ਗਈ ਸੀਗੀ ਵੀ ਸਰਕਾਰਾਂ ਨੂੰ ਇਹ ਲੱਗਣ ਲੱਗ ਪਿਆ ਸੀਗਾ ਕਿ ਮਤਲਬ ਹੁਣ ਅੱਜ ਦੇ ਸਮੇਂ ਵਿੱਚ ਵੀ ਦੇਸ਼ ਵਿੱਚ ਇੰਨੀ ਕੁ ਲੜਕੀ ਘੱਟ ਹੋ ਗਈ ਹੈ ਵੀ ਨਾ ਤਾਂ ਮੁੰਡਿਆਂ ਦੇ ਵਿਆਹ ਹੋਣੇ, ਨਾ ਵੰਸ਼ ਚੱਲਣੇ ਹੈਗੇ, ਔਰ ਮਤਲਬ ਕੁੜੀਆਂ ਦੀ ਜਿਹੜੀ ਪ੍ਰਜਾਤੀ ਹੈਗੀ ਉਹ ਪੂਰੀ ਖਤਮ ਹੋ ਜਾਏਗੀ। ਥੋੜਾ ਹੁਣ ਤਾਂ ਲੋਕੀ ਸੋਚਦੇ ਨਹੀਂ ਜਦੋਂ ਭਰੂਣ ਹੱਤਿਆ ਕਰਦੇ ਨੇ ਕਿ ਇਹੀ ਧੀ ਅੱਗੇ ਜਾ ਕੇ ਤੁਹਾਡੀ ਨੂੰਹ ਵੀ ਬਣੂਗੀ, ਉਹ ਇਹ ਚੀਜ਼ਾਂ ਭੁੱਲ ਜਾਂਦੇ ਨੇ। ਉਹਨਾਂ ਨੂੰ ਫਿਰ ਜਦੋਂ ਆਪਦੇ ਬੱਚੇ ਵੱਡੇ ਹੁੰਦੇ ਫਿਰ ਉਹਨਾਂ ਨੂੰ ਜਦੋਂ ਪਤਾ ਲੱਗਦਾ ਵੀ ਹੁਣ ਕੁੜੀ ਨਹੀਂ ਮਿਲ ਰਹੀ, ਇਹ ਚੀਜ਼ਾਂ ਵੀ ਉਹਨਾਂ ਨਾਲ ਹੀ ਹੁੰਦੀਆਂ ਨੇ। ਉਸ ਤੋਂ ਬਾਅਦ ਪ੍ਰੀਤ ਸਰਕਾਰਾਂ ਨੇ ਥੋੜੀ ਜਿਹੀ ਸਖਤਾਈ ਕੀਤੀ ਭਰੂਣ ਹੱਤਿਆ ਤੇ ਮਤਲਬ ਕਹਿ ਲਓ ਕਿ ਬੱਚਿਆਂ ਦੀ ਜਿਹੜੀ ਹੈਗੀ ਆ ਕੁੱਖ ਵਿੱਚ ਜਾਂਚ ਜਿਹੜੀ ਹੈਗੀ ਆ ਉਹ ਕਰਵਾਉਣ ਵਾਸਤੇ ਸਰਕਾਰਾਂ ਨੇ ਬਹੁਤ ਸਖਤਾਈਆਂ ਕੀਤੀਆਂ। ਜਿੰਨੇ ਆਪਣੇ ਮੈਡੀਕਲ ਕਲੀਨਿਕ ਸੀਗੇ, ਜਿੰਨੇ ਗਾਇਨੋਕੋਲੋਜਿਸਟ ਸੀਗੇ, ਸਭ ਦੀਆਂ ਉੱਥੇ ਮਤਲਬ ਛਾਪੇ ਮਾਰੀਆਂ ਸਰਕਾਰਾਂ ਨੇ ਕਰਨੀਆਂ ਸ਼ੁਰੂ ਕਰ ਦਿੱਤੀਆਂ। ਬਹੁਤ ਹੱਦ ਤੱਕ ਸਰਕਾਰ ਨੇ ਕੰਟਰੋਲ ਕੀਤਾ ਤਾਂ ਕੁੜੀਆਂ ਦੀ ਗਿਣਤੀ ਵਿੱਚ ਜਿਹੜੀ ਹੈਗੀ ਹੈ ਸੁਧਾਰ ਆਉਣਾ ਸ਼ੁਰੂ ਹੋਇਆ। ਬਟ ਹਜੇ ਵੀ ਕਿਸੇ ਨਾ ਕਿਸੇ ਇਲਾਕੇ ਵਿੱਚੋਂ ਹੱਲੇ ਵੀ ਕਈ ਵਾਰ ਆਪਣੇ ਕੋਲ ਖਬਰਾਂ ਆਉਂਦੀਆਂ ਕਿ ਕੋਈ ਡਾਕਟਰ ਜਿਹੜਾ ਹੈਗਾ ਵੀ ਇੱਦਾਂ ਦੇ ਕੁੱਖ ਵਿੱਚ ਵੀ ਮੁੰਡਾ ਹੈ ਜਾਂ ਕੁੜੀ ਹੈ ਜਾਂਚਣ ਵਿੱਚ ਪੈਸੇ ਲੈ ਕੇ, ਜਿਹੜੇ ਪੈਸੇ ਦੇ ਲਾਲਚ ਵਿੱਚ ਆ ਕੇ ਲੋਕਾਂ ਨੂੰ ਇਹ ਦੱਸਦੇ ਹੈਗੇ ਕਿ ਕੁੱਖ ਵਿੱਚ ਮੁੰਡਾ ਜਾਂ ਕੁੜੀ, ਔਰ ਹੱਲੇ ਵੀ ਜਿਹੜੇ ਹੈਗੇ ਲੋਕੀ ਇੰਨੇ ਕੁ ਪਾਗਲ ਹੋਏ ਆ ਵੀ ਉਹਨਾਂ ਨੂੰ ਮੁੰਡੇ ਕੁੜੀਆਂ 'ਚ ਫਰਕ ਨਹੀਂ ਸਮਝ ਆ ਰਿਹਾ ਹੈਗਾ ਕਿ ਮੁੰਡੇ ਕੁੜੀਆਂ 'ਚ ਫਰਕ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ। ਅਸੀਂ ਅੱਗੇ ਵੀ ਕਈ ਵਾਰ ਜਦੋਂ ਸਾਡਾ ਮੇਰਾ ਤੇ ਪ੍ਰੀਤ ਦਾ ਸ਼ੋਅ ਵਿੱਚ ਡਿਸਕਸ਼ਨ ਹੁੰਦੀ ਹੈਗੀ ਹੈ ਤਾਂ ਅਸੀਂ ਇਹੀ ਗੱਲ ਕਰਦੇ ਹਾਂ ਕਿ ਅੱਜ ਦੇ ਸਮੇਂ 'ਚ ਦੇਖਿਆ ਜਾਵੇ ਤਾਂ ਮੁੰਡੇ ਜਿਹੜੇ ਹੈਗੇ ਉਹ ਪੇਰੈਂਟਸ ਨੂੰ ਦੁਤਕਾਰ ਦਿੰਦੇ ਆ, ਉਹ ਪੇਰੈਂਟਸ ਨੂੰ ਪੁੱਛਦੇ ਨਹੀਂ ਹੈਗੇ। ਪੇਰੈਂਟਸ ਜਦੋਂ ਹੀ ਮੁੰਡਿਆਂ ਦਾ ਆਪਣਾ ਘਰ ਵਸਦਾ ਹੈਗਾ ਉਹ ਆਪਣੇ ਪਰਿਵਾਰ ਪ੍ਰਤੀ ਜਿਹੜਾ ਹੈਗਾ ਵਫਾਦਾਰੀ ਨਿਭਾਉਣ ਲੱਗ ਜਾਂਦੇ ਔਰ ਉਹਨਾਂ ਨੂੰ ਪੇਰੈਂਟਸ ਜਿਹੜੇ ਹੈਗੇ ਉਹ ਚੁੱਭਣੇ ਸ਼ੁਰੂ ਹੋ ਜਾਂਦੇ ਆ। ਬਿਲਕੁਲ ਮਮਤਾ, ਜਿਵੇਂ ਵੀ ਆਪਾਂ ਸੁਣਦੇ ਵੀ ਹੁੰਦੇ ਆ ਕਈਆਂ ਦੇ ਜਿਵੇਂ ਮੁੰਡੇ ਹੀ ਹੁੰਦੇ ਨੇ, ਉਹਨਾਂ ਦੀ ਧੀ ਨਹੀਂ ਹੁੰਦੀ, ਆਖਰ ਐਂਡ ਦੇ ਵਿੱਚ ਉਹ ਇਹੀ ਚੀਜ਼ ਦਾ ਅਫਸੋਸ ਕਰਦੇ ਨੇ ਕਿ ਕਾਸ਼ ਸਾਡੀ ਵੀ ਇੱਕ ਧੀ ਹੁੰਦੀ, ਕਿਉਂਕਿ ਜਦੋਂ ਮੁੰਡੇ ਹੁੰਦੇ ਨੇ ਨਾ ਉਹਨਾਂ ਨੂੰ ਸ਼ਾਨ ਮਹਿਸੂਸ ਹੁੰਦੀ ਹੈ ਕਿ ਸਾਡੇ ਅੱਜ ਮੁੰਡਾ ਹੋਇਆ, ਸਾਡੇ ਧੀ ਨਹੀਂ ਹੋਈ। ਕਈਆਂ ਨੂੰ ਤਾਂ ਇੰਨਾ ਜ਼ਿਆਦਾ ਹੋ ਜਾਂਦਾ ਪਿਓ ਨੂੰ ਤੇ ਮਾਂ ਨੂੰ, ਪਿਓ ਨੂੰ ਜ਼ਿਆਦਾ ਹੁੰਦਾ ਕਿ ਮੇਰੇ ਮੁੰਡਾ ਹੋਇਆ, ਦੂਜਿਆਂ ਨੂੰ ਤਾਨੇ ਮਾਰਨੇ ਕਿ ਤੁਹਾਡੇ ਧੀ ਹੈ ਮੇਰੇ ਮੁੰਡਾ, ਹਨਾ, ਇਹ ਚੀਜ਼ਾਂ ਬਹੁਤ ਕਰਦੇ ਨੇ। ਪਰ ਜਦੋਂ ਬੁਢਾਪੇ ਦਾ ਟਾਈਮ ਆਉਂਦਾ, ਜਦੋਂ ਉਹਨਾਂ ਦੀ ਸੇਵਾ ਕਰਨ ਦਾ ਟਾਈਮ ਆਉਂਦਾ, ਜਦੋਂ ਮੁੰਡੇ ਮੁੱਕਰ ਜਾਂਦੇ ਨੇ, ਮੁੰਡੇ ਨਿਕਲ ਜਾਂਦੇ ਨੇ, ਮਾਂ ਬਾਪ ਨੂੰ ਘਰ ਤੋਂ ਬਾਹਰ ਕੱਢ ਦਿੰਦੇ ਨੇ, ਫਿਰ ਉਸ ਵਕਤ ਉਹਨਾਂ ਨੂੰ ਉਹ ਚੀਜ਼ ਮਹਿਸੂਸ ਹੁੰਦੀ ਹੈ ਕਿ ਕਾਸ਼ ਸਾਡੀ ਵੀ ਧੀ ਹੁੰਦੀ ਤਾਂ ਅੱਜ ਇਹ ਕੁਛ ਨਾ ਹੁੰਦਾ। ਕਿਉਂਕਿ ਉਹੀ ਗੱਲ ਅਸੀਂ ਕਹਿ ਰਹੇ ਕਿ ਕੁੜੀਆਂ ਦਾ ਦਿਲ ਬਹੁਤ ਨਰਮ ਹੁੰਦਾ ਹੈਗਾ ਔਰ ਕੁੜੀਆਂ ਚਾਹੇ ਜਿੱਦਾਂ ਦੀਆਂ ਮਰਜ਼ੀ ਹੋਣ ਪਰ ਕਿਤੇ ਨਾ ਕਿਤੇ ਆਪਣੇ ਮਾਂ-ਪਿਓ ਪ੍ਰਤੀ ਜਾਂ ਸਮਾਜ ਦੇ ਪ੍ਰਤੀ ਜਿਹੜਾ ਹੈਗਾ ਉਹ ਆਪਣੇ ਦਿਲ ਵਿੱਚ ਮਿਠਾਸ ਲੈ ਕੇ ਰੱਖਦੀਆਂ ਹੈਗੀਆਂ। ਪਰ ਜਿਹੜੇ ਆਪਾਂ ਜੇ ਗੱਲ ਕਰੀਏ ਮੇਲ ਸਾਈਡ ਦੀ, ਤਾਂ ਮੇਲ ਜਿਹੜੇ ਹੈਗੇ ਉਹਨਾਂ ਦੇ ਦਿਲ ਵਿੱਚ ਕਿਤੇ ਨਾ ਕਿਤੇ ਅੰਦਰ ਜੇ ਆਪਾਂ ਰਿਐਲਿਟੀ ਦੀ ਗੱਲ ਕਰੀਏ ਉਹਨਾਂ ਦੇ ਦਿਲ 'ਚ ਕਿਤੇ ਨਾ ਕਿਤੇ ਕਰੂਰਤਾ ਭਰੀ ਹੁੰਦੀ ਹੈਗੀ ਹੈ। ਕਿਉਂਕਿ ਮੇਲ ਸਮਾਜ ਦਾ ਇੰਜ ਦਾ ਹਿੱਸਾ ਹੈਗਾ ਕਿ ਜਿਹੜਾ ਜੇ ਆਪਾਂ ਦੇਖੀਏ ਤਾਂ ਉਹ ਔਰਤਾਂ ਤੇ ਅਤਿਆਚਾਰ ਕਰਨ ਵਾਸਤੇ ਹੀ ਬਣਿਆ ਹੈਗਾ। ਕਿਉਂਕਿ ਸ਼ਾਇਦ ਉਹ ਬਚਪਨ ਤੋਂ ਇਹ ਚੀਜ਼ਾਂ ਦੇਖਦੇ ਆਉਂਦੇ ਹੈਗੇ ਕਿ ਉਹਨਾਂ ਦੇ ਪੇਰੈਂਟਸ, ਉਹਨਾਂ ਦੇ ਫਾਦਰ ਜਿਹੜੇ ਹੈਗੇ ਵੀ ਔਰਤਾਂ ਤੇ ਅਤਿਆਚਾਰ ਕਰਦੇ ਆ, ਉਹਨਾਂ ਦੇ ਦਾਦਾ, ਮਤਲਬ ਇਹ ਇੱਕ ਪ੍ਰਥਾ ਜੀ ਬਣਦੀ ਆਈ ਹੈਗੀ ਹੈ ਕਿ ਕਿੱਦਾਂ ਔਰਤਾਂ ਨੂੰ ਜਿਹੜਾ ਹੈਗਾ ਡੋਮੀਨੇਟ ਕਰਕੇ ਤੇ ਉਹਨਾਂ ਨੂੰ ਕਦੀ ਵੀ ਮਰਦਾਂ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਔਰਤਾਂ ਜਿਹੜੀਆਂ ਹੈਗੀਆਂ ਉਹ ਸੈਲਫ ਸਟੈਂਡ ਨਾ ਹੋਣ। ਕਿਉਂਕਿ ਜੇ ਔਰਤ ਸੈਲਫ ਸਟੈਂਡ ਹੋ ਜਾਂਦੀ ਤਾਂ ਜਿਹੜੀ ਮਰਦ ਨਾਮ ਦਾ ਮਰਦ ਪ੍ਰਧਾਨ ਜਿਹੜਾ ਦੇਸ਼ ਹੈਗਾ ਉਹਨਾਂ ਨੂੰ ਔਰਤਾਂ ਆਪਣੇ ਜਿਹਨੂੰ ਕਹਿੰਦੇ ਨਾ ਥੱਲੇ ਝੁਕਾ ਕੇ ਰੱਖਣਾ ਹੈਗਾ। ਪੰਜਾਬੀ 'ਚ ਆਪਾਂ ਇਹ ਵੀ ਗੱਲ ਕਰ ਸਕਦੇ ਕਿ ਮਰਦਾਂ ਨੂੰ ਜਿਹੜਾ ਹੈਗਾ ਔਰਤਾਂ ਨੂੰ ਪੈਰਾਂ ਦੀ ਜੁੱਤੀ ਬਣਾ ਕੇ ਰੱਖਣ ਦੀ ਬਹੁਤ ਬੁਰੀ ਆਦਤ ਹੈਗੀ। ਔਰ ਵੈਸੇ ਹੁਣ ਬਹੁਤ ਚੇਂਜਸ ਆ ਰਹੇ ਕਿਉਂਕਿ ਅੱਜ ਕੱਲ੍ਹ ਮਾਂ-ਬਾਪ ਬਹੁਤ ਅਲਰਟ ਹੋ ਚੁੱਕੇ ਹੈ। ਮਾਂ-ਬਾਪ ਇਹੀ ਸੋਚਦੇ ਕਿ ਸਾਡੀਆਂ ਕੁੜੀਆਂ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜੀਆਂ ਹੋ ਜਾਣ ਤਾਂ ਹੀ ਕੁੜੀਆਂ ਦੇ ਜਿਹੜੇ ਹੈਗੇ ਅਸੀਂ ਵਿਆਹ ਕਰਨੇ ਹੈਗੇ। ਕਿਉਂਕਿ ਇਸ ਮਰਦ ਪ੍ਰਧਾਨ ਦੁਨੀਆ ਵਿੱਚ ਔਰਤਾਂ ਨੂੰ ਆਪਣੇ ਪੇਰੈਂਟਸ ਦੀ ਸਪੋਰਟ ਜਿਹੜੀ ਹੈਗੀ ਬਹੁਤ ਜ਼ਰੂਰੀ ਹੈਗੀ। ਕਿਉਂਕਿ 100 ਵਿੱਚੋਂ 20 ਪਰਿਵਾਰ ਵਿਆਹ ਤੋਂ ਬਾਅਦ ਇੰਜ ਦੇ ਹੁੰਦੇ ਜਿਹੜੇ ਕੁੜੀਆਂ ਨੂੰ ਸਪੋਰਟ ਕਰਦੇ ਹੈਗੇ, ਵਰਨਾ 80 ਪਰਿਵਾਰ ਇੰਜ ਦੇ ਹੁੰਦੇ ਹੈਗੇ ਜਿਹੜੇ
ਨਾ ਤਾਂ ਆਪਣੀਆਂ ਕੁੜੀਆਂ ਨੂੰ ਸਪੋਰਟ ਕਰਦੇ ਹੈਗੇ, ਨਾ ਹੀ ਆਪਣੀਆਂ ਘਰ ਦੀਆਂ ਬਹੂਆਂ ਨੂੰ ਸਪੋਰਟ ਕਰਦੇ। ਮਤਲਬ ਉਹਨਾਂ ਦਾ ਇੱਕ ਨਕਾਤੀ ਟਾਰਗੇਟ ਹੁੰਦਾ ਕਿ ਮੁੰਡਾ ਚਾਹੇ ਨਸ਼ੇ ਕਰਦਾ ਹੈ, ਮੁੰਡਾ ਚਾਹੇ ਅਫੀਮਚੀ ਹੈ, ਮੁੰਡਾ ਚਾਹੇ ਵਿਹਲਾ ਹੈ, ਪਰ ਉਹ ਮੁੰਡਾ ਹੈਗਾ ਔਰ ਉਹਦੀ ਹੀ ਸੁਣੀ ਜਾਣੀ ਹੈਗੀ। ਮਤਲਬ ਅਸੀਂ ਆਪਾਂ ਸਾਡੇ ਇਸ ਸਮਾਜ ਦੇ ਨਾਲ ਰਿਲੇਟਡ ਬਹੁਤ ਸਾਡੇ ਇੰਡੀਆ ਵਿੱਚ ਫਿਲਮਾਂ ਵੀ ਬਣਦੀਆਂ ਰਹੀਆਂ ਹੈਗੀਆਂ, ਬਹੁਤ ਕੁਝ ਬਣ ਰਿਹਾ। ਜੇ ਡਿਟੇਲ ਵਿੱਚ ਕੋਈ ਮਤਲਬ ਉਹਨਾਂ ਚੀਜ਼ਾਂ ਵਿੱਚ ਗੋ ਥਰੂ ਹੋਵੇ ਤਾਂ ਆਪਣੇ ਸਮਾਜ ਦਾ ਇੱਕ ਰੂਪ ਜਿਹੜਾ ਹੈਗਾ ਉਹ ਦਿਖਾਇਆ ਜਾਂਦਾ। ਔਰ ਉਹਨਾਂ ਦਿਨਾਂ 'ਚ ਪ੍ਰੀਤ ਜਿੱਦਾਂ ਅਸੀਂ ਹੁਣੇ ਗੱਲ ਕਰਕੇ ਹਟੇ ਸੀ ਕਿ ਜਦੋਂ ਕੋਈ ਕੁੜੀ ਵਿਧਵਾ ਹੋ ਜਾਂਦੀ ਹੈਗੀ ਹੈ ਤਾਂ ਉਹਨੂੰ ਸਤੀ ਹੋਣ ਵਾਸਤੇ ਕਿਹਾ ਜਾਂਦਾ ਹੈਗਾ ਜਾਂ ਉਹਨੂੰ ਸੰਨਿਆਸ ਲੈਣ ਵਾਸਤੇ ਕਿਹਾ ਜਾਂਦਾ ਹੈ। ਬਟ ਅੱਜ ਥੋੜਾ ਜਿਹਾ ਕਹਿ ਲਓ ਕਿ ਸਰਕਾਰਾਂ ਦੇ ਇਨੀਸ਼ੀਏਟਿਵ ਕਰਕੇ ਜਿਹੜਾ ਹੈਗਾ ਇਹ ਸੈਕਿੰਡ ਜਿਹੜਾ ਮੈਰਿਜ ਵਾਲਾ ਆਪਸ਼ਨ ਹੈਗਾ ਵੀ ਉਹ ਥੋੜਾ ਜਿਹਾ ਸਮਾਜ ਵਿੱਚ ਅੱਗੇ ਤੋਂ ਸੈਟਲ ਡਾਊਨ ਹੋ ਗਿਆ ਕਿ ਜੇ ਕੁੜੀ ਵਿਧਵਾ ਹੋ ਗਈ ਹੈ ਤਾਂ ਮਤਲਬ ਹੁਣ ਸਮਾਜ ਥੋੜਾ ਜਿਹਾ ਦੂਜੇ ਵਿਆਹ ਦਾ ਵਿਰੋਧ ਕਰਨੋਂ ਹਟ ਗਿਆ, ਸਮਾਜ ਵਿੱਚ ਚੇਂਜਸ ਆ ਰਹੇ ਆ। ਪਰ ਹਜੇ ਵੀ ਪ੍ਰੀਤ ਸਮਾਜ ਨੂੰ ਹੋਰ ਚੇਂਜ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਕਿਉਂਕਿ ਹਜੇ ਵੀ ਮਹਿਲਾਵਾਂ ਦੇ ਉੱਪਰ ਘਰੇਲੂ ਹਿੰਸਾ ਬਹੁਤ ਜ਼ਿਆਦਾ ਹੁੰਦੀ ਹੈ ਔਰ ਜਿਹਦਾ ਮਹਿਲਾਵਾਂ ਕਈ ਵਾਰ ਨਹੀਂ ਵੀ ਆਵਾਜ਼ ਉਠਾਉਂਦੀ ਔਰ ਜੇ ਆਵਾਜ਼ ਚੱਕਦੀਆਂ ਵੀ ਹੈਗੀਆਂ ਤਾਂ ਉਹਨਾਂ ਦੀ ਆਵਾਜ਼ ਦੀ ਸੁਣਵਾਈ ਨਹੀਂ ਕੀਤੀ ਜਾਂਦੀ ਹੈਗੀ। ਸੋ ਜੇ ਕੁੜੀਆਂ ਸੈਲਫ ਡਿਪੈਂਡੈਂਟ ਹੋਣ, ਜੇ ਕੁੜੀਆਂ ਆਪਣੇ ਪੈਰਾਂ ਤੇ ਖੜੀਆਂ ਹੋਣ ਤਾਂ ਉਹਨਾਂ ਨੂੰ ਕਿਸੇ ਦਾ ਵੀ ਮੂੰਹ ਤੱਕਣ ਦੀ ਜ਼ਰੂਰਤ ਨਾ ਪਵੇ। ਬਟ ਪ੍ਰੀਤ ਇਹਦੇ 'ਚ ਇੱਕ ਗੱਲ ਹੋਰ ਹੈਗੀ ਵੀ ਕਿਤੇ ਨਾ ਕਿਤੇ ਕੁੜੀਆਂ ਨੂੰ ਜਿਹੜਾ ਹੈਗਾ ਜਦੋਂ ਵਿਆਹੀਆਂ ਜਾਂਦੀਆਂ ਹੈਗੀਆਂ ਤਾਂ ਉਹਨਾਂ ਨੂੰ ਆਪਣੇ ਬੱਚਿਆਂ ਕਰਕੇ ਵੀ ਕਈ ਵਾਰ ਕੰਪਰੋਮਾਈਜ਼ ਕਰਨਾ ਪੈਂਦਾ ਹੈਗਾ ਕਿ ਕਿਉਂਕਿ ਜਿਹੜੇ ਬੱਚੇ ਹੈਗੇ ਜੇ ਕੁੜੀਆਂ ਵਿਦਰੋਹ ਕਰ ਲੈਣ ਉਹਨਾਂ ਦਾ ਬੱਚਿਆਂ ਦੇ ਨਾਮ ਤੇ ਬਲੈਕਮੇਲ ਕੀਤਾ ਜਾਂਦਾ ਹੈਗਾ ਕਿ ਬੱਚੇ ਰੁੱਲ ਜਾਣਗੇ, ਬੱਚੇ ਕਿੱਦਾਂ ਪਲਣਗੇ। ਉਹ ਫਿਰ ਕੁੜੀਆਂ ਕਿਤੇ ਨਾ ਕਿਤੇ ਇਮੋਸ਼ਨਲੀ ਉਸੇ ਮੋੜ ਤੇ ਆ ਕੇ ਖੜੀਆਂ ਹੋ ਜਾਂਦੀਆਂ ਕਿ ਨਹੀਂ ਵੀ ਚੱਲ ਮੇਰਾ ਜੋ ਹੋਣਾ ਸੀ ਹੋ ਗਿਆ, ਬਟ ਮੇਰੇ ਬੱਚੇ ਜਿਹੜੇ ਹੈਗੇ, ਮੇਰੇ ਬੱਚੇ ਵਧੀਆ ਜ਼ਿੰਦਗੀ ਜਿਹੜੇ ਹੈਗੇ ਆ ਜੀਣੇ ਚਾਹੀਦੇ। ਬੱਚਿਆਂ ਨੂੰ ਬਾਪ ਦਾ ਜਾਂ ਘਰ ਦਾ ਪਰਿਵਾਰ ਦਾ ਸਭ ਦਾ ਸਾਥ ਮਿਲਣਾ ਚਾਹੀਦਾ। ਮਤਲਬ ਇੰਝ ਇਮੋਸ਼ਨਲ ਗੱਲਾਂ ਕਰਕੇ ਜਿਹੜਾ ਹੈਗਾ ਕੁੜੀ ਨੂੰ ਬਲੈਕਮੇਲ ਕਰਕੇ ਫਿਰ ਜਿਹੜਾ ਉਹ ਇੱਕ ਹਾਇਰ ਲੈਵਲ ਤੇ ਖੜੀ ਹੁੰਦੀ ਉਹਨੂੰ ਲਾ ਕੇ ਫਿਰ ਥੱਲੇ ਸੱਟ ਦਿੱਤਾ ਜਾਂਦਾ ਹੈ ਔਰ ਫਿਰ ਉਹ ਆਪਣੇ ਪੈਰਾਂ ਤੇ ਖੜੇ ਹੁੰਦੇ ਹੁੰਦੇ ਫਿਰ ਡਿੱਗ ਜਾਂਦੀ ਹੈ। ਬਿਲਕੁਲ। ਲੇਕਿਨ ਮਮਤਾ ਜੀ ਅੱਜ ਦੀ ਗੱਲ ਕਰੀਏ ਤਾਂ ਅੱਜ ਕੁੜੀਆਂ ਨੂੰ ਬਹੁਤ ਸਨਮਾਨ ਮਿਲ ਚੁੱਕਿਆ, ਵੂਮੈਨਸ ਨੂੰ ਬਹੁਤ ਸਨਮਾਨ ਮਿਲ ਚੁੱਕਿਆ। ਅੱਜ ਕੱਲ੍ਹ ਪੇਰੈਂਟਸ ਇਹੀ ਕਹਿੰਦੇ ਨੇ ਵੀ ਸਾਡੇ ਇੱਕ ਕੁੜੀ ਹੋ ਜਾਏ ਸਾਨੂੰ ਬਹੁਤ ਹੈ, ਕਿਉਂਕਿ ਕੁੜੀ ਹੀ ਹੈ ਜਿਹੜੀ ਮਾਂ-ਬਾਪ ਦੀ ਸੇਵਾ ਕਰਦੀ ਹੈ ਅਤੇ ਉਹਨੂੰ ਪੜ੍ਹਾਉਂਦੇ ਨੇ, ਲਿਖਾਉਂਦੇ ਨੇ, ਵਧੀਆ ਡਾਕਟਰ ਬਣਾਉਂਦੇ ਨੇ, ਬਾਹਰ ਪੜ੍ਹਨ ਲਈ ਭੇਜਦੇ ਨੇ। ਸੋ ਅੱਜ ਕੁੜੀਆਂ ਲਈ ਬਹੁਤ ਵਧੀਆ ਸਨਮਾਨ ਜੋਗਾ ਹੋ ਚੁੱਕਿਆ ਹੈ। ਯਾਰ ਪ੍ਰੀਤ ਐਕਚੁਅਲੀ ਜਿਹੜੀ ਆਪਾਂ ਕੁੜੀਆਂ ਦੇ ਸਨਮਾਨ ਦੀ ਗੱਲ ਕਰ ਰਹੇ ਨਾ ਇਹ ਚੀਜ਼ਾਂ ਸ਼ਹਿਰਾਂ ਵਿੱਚ ਆ ਚੁੱਕੀਆਂ, ਪਰ ਜੇ ਆਪਾਂ ਆਪਣੇ ਦੇਸ਼ ਦੇ ਜਿਹੜੇ ਬੈਕਵਰਡਸ ਏਰੀਆ ਹੈਗੇ ਆ ਮਤਲਬ ਉਹਨਾਂ ਏਰੀਆ ਹਜੇ ਵੀ ਬਹੁਤ ਜ਼ਿਆਦਾ ਜਿਹੜਾ ਹੈਗਾ ਵੀ ਕੁੜੀਆਂ ਨੂੰ ਜਿਹੜਾ ਹੈਗਾ ਉਹ ਸਾਈਡ ਤੇ ਹੀ ਰੱਖਿਆ ਜਾਂਦਾ ਹੈਗਾ। ਮਤਲਬ ਮੈਂ ਤੁਹਾਨੂੰ ਗੱਲ ਦੱਸਦੀ ਹਾਂ, ਮੈਂ ਜਦੋਂ 9ਵੀਂ ਕਲਾਸ ਵਿੱਚ ਸੀਗੀ, ਮਤਲਬ ਇਸ ਗੱਲ ਨੂੰ ਹੋ ਗਏ ਆ 25-30 ਸਾਲ ਹੋ ਗਏ ਹੁਣੇ, ਮੈਂ ਉੜੀਸਾ ਚਲੀ ਗਈ। ਉੜੀਸਾ ਚਲੀ ਗਈ ਤੇ 9ਵੀਂ ਕਲਾਸ ਵਿੱਚ ਮੈਂ ਕਿੰਨੇ ਸਾਲ ਦੀ ਹੋਵਾਂਗੀ, 14 ਸਾਲ ਦੀ ਹੋਵਾਂਗੀ, 13-14 ਸਾਲ ਦੀ। ਉੱਥੇ ਅਸੀਂ ਗਏ, ਸਾਡਾ ਕੋਈ ਕੈਂਪ ਸੀਗਾ, ਅਸੀਂ ਉੱਥੇ 10 ਦਿਨ ਰਹਿਣਾ ਸੀਗਾ। ਉੱਦਾਂ ਹੀ ਮਤਲਬ ਬੱਚਿਆਂ ਦੀ ਜਿੱਦਾਂ ਹੁਣ ਗੇਟ ਤੋਂ ਤੁਹਾਨੂੰ ਬਾਹਰ ਜਾਣ ਦੀ ਪਰਮਿਸ਼ਨ ਤਾਂ ਹੁੰਦੀ ਨਹੀਂ ਸੀਗੀ ਕਿਉਂਕਿ ਅਸੀਂ NCC ਕੈਂਪ ਵਿੱਚ ਬੈਠੇ ਹੁੰਦੇ ਸੀ ਤੇ ਉਹ ਜਿਹੜੇ ਆਲੇ ਦੁਆਲੇ ਦੇ ਬੱਚੇ ਹੁੰਦੇ ਸੀ ਨਾ ਸਾਨੂੰ ਦੇਖ ਕੇ ਬੜੇ ਕ੍ਰੇਜ਼ੀ ਹੁੰਦੇ ਸੀਗੇ ਕਿ ਕੁੜੀਆਂ ਨੇ ਬੜੀ ਅੱਛੀ NCC ਦੀ ਵਰਦੀ ਪਾਈ ਹੋਈ ਹੈ, ਬੜੇ ਸਮਾਰਟ ਬੱਚੇ। ਕਿਉਂਕਿ ਮੈਨੂੰ ਨਹੀਂ ਯਾਦ ਸਾਨੂੰ ਕਿਸੇ ਉੱਥੇ ਉੜੀਸਾ ਦੇ ਪਿੰਡ ਵਿੱਚ ਠਹਿਰਾਇਆ ਗਿਆ ਸੀਗਾ, ਕਿੱਥੇ ਠਹਿਰਾਇਆ ਗਿਆ ਸੀ ਆਈ ਡੋਂਟ ਰਿਮੈਂਬਰ। ਤੇ ਉੱਥੇ ਮਤਲਬ ਇਹ ਮੈਂ ਤੁਹਾਡੇ ਪੁਰਾਣੇ ਰਿਵਾਜਾਂ ਦੀ ਗੱਲ ਹੀ ਕਰਨ ਲੱਗੀ ਆ ਕਿ ਉੱਥੇ ਸਾਨੂੰ ਇੱਕ ਸਾਡੇ ਕੋਲ ਕੁੜੀ ਮਿਲਣ ਆਉਂਦੀ ਹੁੰਦੀ ਸੀਗੀ, ਰੋਜ਼ ਇੱਕ ਕੁੜੀ ਨੇ ਸਾਨੂੰ ਆਇਆ ਕਰਨਾ ਤੇ ਉਹ ਨਾ 4-5 ਦਿਨ ਸਾਡੇ ਕੋਲ ਮਿਲਣ ਨਹੀਂ ਆਈ। ਉਹ ਜਦੋਂ ਕੁੜੀ ਨਹੀਂ ਮਿਲਣ ਆਈ ਹੈਗੀ ਤੇ ਜਿਹੜੇ ਉਹਦੇ ਨਾਲ ਦੇ ਸੰਗੀ ਸਾਥੀ ਆਉਂਦੇ ਸੀਗੇ ਅਸੀਂ ਉਹਨਾਂ ਨੂੰ ਕਿਹਾ ਵੀ ਉਹ ਲੜਕੀ ਕਿੱਥੇ ਹੈ ਵੀ ਉਹ ਸਾਨੂੰ ਮਿਲਣ ਨਹੀਂ ਆ ਰਹੀ। ਫਿਰ ਸਾਨੂੰ ਦੱਸਿਆ ਗਿਆ ਵੀ ਉਹਦੇ ਸਪੈਸ਼ਲ ਡੇਜ਼ ਚੱਲ ਰਹੇ, ਉਹ ਸਪੈਸ਼ਲ ਡੇਜ਼ ਵਿੱਚ ਉਸ ਬੱਚੇ ਨੂੰ ਘਰ ਦੇ ਹਰ ਮੈਂਬਰ ਤੋਂ ਅਲੱਗ ਕਰ ਦਿੱਤਾ ਜਾਂਦਾ ਹੈ। ਇੱਕ ਚਾਦਰਾ ਦਾ ਨਾ ਛੋਟਾ ਜਿਹਾ ਕਮਰਾ ਬਣਾ ਕੇ ਉਸ ਬੱਚੇ ਨੂੰ ਉਹਦੇ ਵਿੱਚ ਮਤਲਬ 4 ਜਾਂ 5 ਦਿਨ ਦੇ ਸਮੇਂ ਵਾਸਤੇ ਉਹਦੇ ਵਿੱਚ ਰਹਿਣਾ ਪੈਂਦਾ ਸੀ ਔਰ ਉਹਨੂੰ ਰੋਟੀ ਜਿਹੜੀ ਹੈਗੀ ਉਹਦੇ ਕਮਰੇ ਦੇ ਮਤਲਬ ਜਿਹੜਾ ਚਾਦਰਾਂ ਦਾ ਕਮਰਾ ਬਣਿਆ ਹੁੰਦਾ ਸੀ ਉਹਦੇ ਕਮਰੇ ਦੇ ਬਾਹਰ ਰੋਟੀ ਦੀ ਪਲੇਟ ਰੱਖ ਦਿੱਤੀ ਜਾਂਦੀ ਸੀਗੀ। ਔਰ ਕਿਸੇ ਮੈਂਬਰ ਈਵਨ ਅਸੀਂ ਜੇ ਕਿਹਾ ਵੀ ਅਸੀਂ ਉਸ ਬੱਚੇ ਨੂੰ ਮਿਲਣਾ ਚਾਹੁੰਦੇ ਹਾਂ ਤਾਂ ਸਾਨੂੰ ਵੀ ਜਿਹੜਾ ਹੈਗਾ ਰੋਕ ਦਿੱਤਾ ਗਿਆ। ਮਤਲਬ ਇਹ ਆਪਾਂ ਗੱਲ ਕਰ ਰਹੇ ਕਿ ਆਪਾਂ ਸ਼ਹਿਰਾਂ 'ਚ ਰਹਿੰਦੇ ਹੈਗੇ, ਆਪਣੇ ਸ਼ਹਿਰਾਂ ਵਿੱਚ ਇਹ ਚੀਜ਼ਾਂ ਬਹੁਤ ਹੱਦ ਤੱਕ ਖਤਮ ਹੋ ਚੁੱਕੀਆਂ। ਪਰ ਜੇ ਆਪਾਂ ਹੁਣ ਮੈਂ ਐਕਸਪੀਰੀਅੰਸ ਉੜੀਸਾ 'ਚ ਦੇਖਿਆ ਹੈਗਾ, ਮਤਲਬ ਮੈਨੂੰ ਨਹੀਂ ਪਤਾ ਹੈਗਾ ਕਿ ਉੜੀਸਾ 'ਚ ਅੱਜ ਦੇ ਵਕਤ ਵਿੱਚ ਕੀ ਹਾਲਾਤ ਹੈਗੇ, ਪਰ ਉਦੋਂ ਵੀ ਸਾਡਾ ਜਿਹੜਾ ਸ਼ਹਿਰ ਸੀਗਾ, ਕਿਉਂਕਿ ਆਪਾਂ ਚੰਡੀਗੜ੍ਹ ਮੋਹਾਲੀ ਵਰਗੇ ਸ਼ਹਿਰਾਂ 'ਚ ਰਹਿੰਦੇ ਹੈਗੇ, ਆਪਣੇ ਸ਼ਹਿਰਾਂ ਵਿੱਚ ਇਹ ਚੀਜ਼ਾਂ ਨਹੀਂ ਸੀਗੀਆਂ। ਪਰ ਮੈਂ ਉੱਥੇ ਉਹ ਚੀਜ਼ ਦੇਖ ਕੇ ਸ਼ੌਕਿੰਗ ਹੋ ਗਈ। ਹਾਲਾਂਕਿ ਖੈਰ ਆਪਣੇ ਘਰਾਂ 'ਚ ਵੀ ਕੁਛ ਰੋਕ ਟੋਕ ਹੁੰਦੀ ਸੀ, ਪਰ ਇੱਦਾਂ ਦੀ ਕਿ ਅਲੱਗ ਚਾਦਰਾਂ ਦਾ ਕਮਰਾ ਬਣਾ ਕੇ ਬੱਚੀ ਨੂੰ ਉੱਥੇ ਬਿਠਾ ਦਿੱਤਾ। ਬੱਚੀ ਆਪਣੇ ਫਾਦਰ ਨੂੰ ਨਹੀਂ ਮਿਲ ਸਕਦੀ, ਬੱਚੀ ਆਪਣੇ ਹੱਥ ਨਾਲ ਕੁਛ ਮਤਲਬ ਖਾਣਾ ਨਹੀਂ ਲੈ ਸਕਦੀ, ਉਹ ਕਿਚਨ 'ਚ ਨਹੀਂ ਜਾ ਸਕਦੀ ਹੈਗੀ। ਰਿਸਟ੍ਰਿਕਸ਼ਨਸ ਆਪਣੇ ਪੰਜਾਬ 'ਚ ਵੀ ਸੀਗੀਆਂ, ਪਰ ਉੱਥੇ ਮੈਂ
ਜ਼ਰੂਰਤ ਤੋਂ ਵੱਧ ਰਿਸਟ੍ਰਿਕਸ਼ਨਸ ਦੇਖੀਆਂ। ਮਤਲਬ ਜੇ ਅੱਜ ਤੋਂ 20-25 ਸਾਲ ਦੀ ਆਪਾਂ 25 ਸਾਲ ਦੀ ਪਹਿਲਾਂ ਵੀ ਗੱਲ ਕਰ ਰਹੇ ਹਾਂ ਤਾਂ ਉਦੋਂ ਵੀ ਹਾਲਾਤ ਮਾੜੇ ਸੀਗੇ। ਮਤਲਬ 25 ਸਾਲਾਂ ਬਾਅਦ ਅੱਜ ਚਲੋ ਹਾਲਾਤਾਂ 'ਚ ਆਪਾਂ ਪ੍ਰੀਤ ਕਹਿ ਸਕਦੇ ਇੰਪਰੂਵਮੈਂਟ ਹੋ ਰਹੀ ਹੈ, ਹੁੰਦੀ ਪਈ ਹੈ, ਬਟ ਹੱਲੇ ਵੀ ਜੇ ਇਦਾਂ ਦੇ ਬੈਕਵਰਡਸ ਏਰੀਆ ਵਿੱਚ ਜਾਵਾਂਗੇ ਤੇ ਸਾਨੂੰ ਬਹੁਤ ਕੁਝ ਜਿਹੜਾ ਹੈਗਾ ਐਂਦਾ ਦੇਖਣ ਨੂੰ ਮਿਲੇਗਾ। ਔਰ ਜੇ ਅਸੀਂ ਪ੍ਰੀਤ ਇਹਦੇ ਨਾਲ ਅਸੀਂ ਸਪੋਜ਼ ਕਰੀਏ ਅਸੀਂ ਕਿਸੇ ਆਦੀਵਾਸੀ ਏਰੀਆ 'ਚ ਚਲੇ ਗਏ ਤਾਂ ਉੱਥੇ ਆਦੀਵਾਸੀ ਏਰੀਆ ਵਿੱਚ ਤਾਂ ਹੋਰ ਵੀ ਹਾਲਾਤ ਮਤਲਬ ਬੱਤਰ ਨੇ ਕੁੜੀਆਂ ਨੂੰ ਲੈ ਕੇ। ਮਤਲਬ ਕਿ ਅਸੀਂ ਐਕਸਪਲੇਨ ਨਹੀਂ ਕਰ ਸਕਦੇ ਹੈਗੇ, ਬਟ ਸਰਕਾਰ ਨੂੰ ਹੱਲੇ ਪਿਛੜਾਪਨ ਦੂਰ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਕੁੜੀਆਂ ਨੂੰ ਉੱਪਰ ਚੱਕਣ ਵਾਸਤੇ ਸਰਕਾਰ ਨੂੰ ਦੇਸ਼ ਦੇ ਹਰ ਕੋਨੇ 'ਚ ਜਾ ਕੇ ਜਿਹੜਾ ਹੈਗਾ ਐਫਰਟ ਕਰਨ ਦੀ ਲੋੜ ਆ। ਹਾਲਾਂਕਿ ਬਹੁਤ ਸਮਾਜ ਸੇਵੀ ਜਿਹੜੇ ਹੈਗੇ ਆ ਉਹ ਦੇਸ਼ ਦੇ ਕੋਨਿਆਂ 'ਚ ਜਿਹੜਾ ਹੈਗਾ ਸੰਸਥਾਵਾਂ ਜਾ ਰਹੀਆਂ ਨੇ। ਸਰਕਾਰਾਂ ਨੇ ਕੁੜੀ ਪੜਾਓ ਕੁੜੀ ਬਚਾਓ ਅਭਿਆਨ ਵੀ ਸ਼ੁਰੂ ਕਰ ਦਿੱਤੇ ਹੈਗੇ, ਬਹੁਤ ਕੁਝ ਸ਼ੁਰੂ ਕੀਤਾ ਹੈਗਾ, ਬਟ ਫਿਰ ਵੀ ਆਪਣਾ ਦੇਸ਼ ਕਿਉਂਕਿ ਦੇਖੋ ਬਹੁਤ ਵੱਡਾ ਹੈ, ਬਹੁਤ ਲਾਰਜ ਹੈ, ਬਹੁਤ ਜ਼ਿਆਦਾ ਜਨਸੰਖਿਆ ਹੈਗੀ ਹੈ, ਤਾਂ ਉਸ ਜਨਸੰਖਿਆ ਦੇ ਹਿਸਾਬ ਨਾਲ ਜਿਹੜੇ ਆਪਣੇ ਕੋਲ ਵਰਕਰ ਹੈਗੇ, ਜਿਹੜੇ ਸਮਾਜ ਸੇਵੀ ਹੈਗੇ ਆ, ਉਹ ਵੀ ਘੱਟ ਪੈ ਜਾਣਗੇ ਕਿਉਂਕਿ ਆਪਣਾ ਦੇਸ਼ ਹਜੇ ਵੀ ਬਹੁਤ ਥਾਵਾਂ ਤੋਂ ਬਹੁਤ ਚੀਜ਼ਾਂ ਤੋਂ ਪਿਛੜਿਆ ਹੋਇਆ। ਔਰ ਉਹਦੇ ਵਿੱਚ ਸਭ ਤੋਂ ਵੱਧ ਜਿਹੜਾ ਪਿਛੜੇਪਨ ਦਾ ਅਸਰ ਹੁੰਦਾ ਹੈ ਉਹ ਔਰਤਾਂ ਤੇ ਪੈਂਦਾ ਹੈਗਾ, ਕਿਉਂਕਿ ਕੋਈ ਵੀ ਪਿਛੜੀ ਚੀਜ਼ ਜਿਹੜੀ ਹੈਗੀ ਉਹ ਔਰਤਾਂ ਤੋਂ ਲੈ ਕੇ ਔਰਤਾਂ ਤੇ ਹੀ ਖਤਮ ਹੋ ਜਾਂਦੀ ਹੈ ਔਰ ਔਰਤਾਂ ਹੀ ਔਰਤਾਂ ਦੀਆਂ ਦੁਸ਼ਮਣ ਬਣ ਜਾਂਦੀਆਂ ਹੈਗੀਆਂ। ਕਿਉਂਕਿ ਜੇ ਘਰ ਦੀ ਜੋ ਕੋਈ ਸੱਸ ਹੈਗੀ ਉਹ ਆਪਣੀ ਨੂੰਹ ਨੂੰ ਉੱਠਣ ਦਿੰਦੀ ਹੈਗੀ ਜਾਂ ਕੋਈ ਮਤਲਬ ਕੋਈ ਵੀ ਰਿਸ਼ਤਾ ਜਿਹੜਾ ਹੈਗਾ ਵੀ ਹਰ ਇਨਸਾਨ ਜੇ ਘਰ ਦੀ ਕੋਈ ਔਰਤ ਕੰਮ ਕਰਦੀ ਹੈਗੀ ਤਾਂ ਆਲੇ ਦੁਆਲੇ ਦੇ 4 ਮਹੱਲੇ ਦੀਆਂ ਔਰਤਾਂ ਜਿਹੜੀਆਂ ਹੈਗੀਆਂ ਉਹ ਚੁਗਲੀਆਂ ਕਰਨ ਬਹਿ ਜਾਂਦੀਆਂ ਹੈਗੀਆਂ ਵੀ ਇਹ ਪਤਾ ਨਹੀਂ ਕਿੱਥੇ ਜਾਂਦੀ ਕਿੱਥੇ ਨਹੀਂ ਜਾਂਦੀ ਹੈਗੀ ਹੈ। ਜੇ ਕੋਈ ਰੋਡ ਤੇ ਗੱਲ ਆਪਾਂ ਫੋਨ ਯੂਟਿਲਾਈਜ਼ ਕਰਦੇ ਆਪਾਂ ਗੱਲ ਕਰਦੇ ਜਾਂਦੇ ਹੈਗੇ ਤਾਂ ਉਹ ਵੀ ਜਿਹੜਾ ਹੈਗਾ ਸ਼ੱਕ ਦੇ ਨਜ਼ਰੀਏ ਨਾਲ ਵੇਖਿਆ ਜਾਂਦਾ ਹੈ ਵੀ ਇਹ ਥੱਲੇ ਗੀੜੇ ਖਾਂਦੇ ਫੋਨ ਕਿਉਂ ਯੂਜ਼ ਹੋ ਰਿਹਾ। ਪਰ ਜੇ ਬੰਦੇ ਉਹੀ ਫੋਨ ਤੁਰਦੇ ਯੂਜ਼ ਕਰਨ ਤਾਂ ਉਸ ਚੀਜ਼ ਨੂੰ ਸ਼ੱਕ ਦੀ ਨਿਗਾਹ ਨਾਲ ਨਹੀਂ ਦੇਖਿਆ ਜਾਂਦਾ। ਪਰ ਹਰ ਰੈਸਟ੍ਰਿਕਸ਼ਨ ਜਿਹੜੀ ਹੈਗੀ ਪ੍ਰੀਤ ਉਹ ਔਰਤਾਂ ਤੇ ਲੱਗੀ ਜਾਂਦੀ ਹੈ। ਬਿਲਕੁਲ, ਕਿਉਂਕਿ ਅੱਜ ਦੇ ਸਮੇਂ 'ਚ ਕਈ ਕਹਿ ਦਿੰਦੇ ਨੇ ਕਿ ਕੁੜੀ ਨੂੰ ਬਾਹਰ ਨਹੀਂ ਕੱਢਣਾ, ਬਾਹਰ ਨਹੀਂ ਭੇਜਣਾ, ਲੇਕਿਨ ਅੱਜ ਕੱਲ੍ਹ ਤਾਂ ਮਮਤਾ ਬੱਚੀਆਂ ਆਪਣੇ ਘਰ ਦੇ ਵਿੱਚ ਵੀ ਸੇਫ ਨਹੀਂ ਹੈਗੀਆਂ ਕਿਉਂਕਿ ਆਪਾਂ ਕਿੰਨੀਆਂ ਖਬਰਾਂ ਦੇਖਦੇ, ਕਿੰਨੀਆਂ ਖਬਰਾਂ ਸੁਣਦੇ ਹਾਂ ਕਿ ਪਿਓ ਨੇ ਹੀ ਆਪਣੀ ਧੀ ਦਾ ਸ਼ੋਸ਼ਣ ਕਰਤਾ। ਸੋ ਕੁੜੀਆਂ ਜ਼ਰੂਰੀ ਨਹੀਂ ਹੈਗਾ ਕਿ ਕੁੜੀਆਂ ਨੂੰ ਤੁਸੀਂ ਬਾਹਰ ਭੇਜ ਨਹੀਂ ਰਹੇ ਜਾਂ ਕੁੜੀ ਨੇ ਕੱਪੜੇ ਨਹੀਂ ਢਕੇ, ਕੁੜੀ ਨੇ ਦੂਜੇ ਛੋਟੇ ਕੱਪੜੇ ਪਾ ਰਹੇ ਨੇ, ਇਸ ਤਰ੍ਹਾਂ ਨਹੀਂ, ਲੇਕਿਨ ਕੁੜੀ ਅੱਜ ਕੱਲ੍ਹ ਮਮਤਾ ਆਪਣੇ ਘਰ ਦੇ ਵਿੱਚ ਵੀ ਸੇਫ ਨਹੀਂ ਹੈ। ਉਹੀ ਚੀਜ਼ ਹੈ ਨਾ, ਮਤਲਬ ਜੇ ਆਪਾਂ ਵੂਮੈਨਸ ਡੇ ਦੀ ਗੱਲ ਕਰਦੇ ਪਏ ਤਾਂ ਵੂਮੈਨਸ ਡੇ ਇਕੱਲਾ ਸ਼ਬਦਾਂ ਨਾਲ ਕਹਿ ਕੇ ਜਿਹੜਾ ਹੈਗਾ ਉਹ ਵੂਮੈਨਸ ਡੇ ਨਹੀਂ ਹੋਊਗਾ ਸੈਲੀਬ੍ਰੇਸ਼ਨ। ਸਹੀ ਮਾਇਨੇ ਵਿੱਚ ਜੇ ਤੁਸੀਂ ਆਪਣੀ ਘਰ ਦੀ ਔਰਤ ਨੂੰ ਸੁਖੀ ਰੱਖਦੇ ਹੋ, ਤੁਸੀਂ ਆਪਣੀ ਘਰ ਦੀ ਔਰਤ ਨੂੰ ਮਤਲਬ ਬਰਾਬਰੀ ਦਾ ਦਰਜਾ ਦੇਣ ਦੀ ਕੋਸ਼ਿਸ਼ ਕਰਦੇ ਹੋ, ਜੇ ਤੁਸੀਂ ਮਤਲਬ ਕਹਿ ਲਓ ਵੀ ਤੁਸੀਂ ਬਾਹਰ ਸਮਾਜ ਵਿੱਚ ਆਪਣੇ ਆਪ ਨੂੰ ਬਹੁਤ ਵਧੀਆ, ਜਿਹਨੂੰ ਕਹਿੰਦੇ ਨਾ ਕਿ ਇੱਕ ਮੈਂ ਬਹੁਤ ਵਧੀਆ ਇਨਸਾਨ ਆ, ਪਰ ਤੁਸੀਂ ਬਾਹਰ ਤਾਂ ਵਧੀਆ ਬਣ ਰਹੇ ਪਰ ਤੁਸੀਂ ਘਰ ਵਿੱਚ ਕੀ ਹਾਲਾਤ ਕਰ ਰਹੇ ਹੋ, ਇਹ ਤੁਹਾਨੂੰ ਜਿਹੜਾ ਹੈਗਾ ਇਹ ਲੋਕੀ ਤਾਂ ਇਹੀ ਸੋਚਦੇ ਨੇ ਕਿ ਮਤਲਬ ਇਹ ਇਨਸਾਨ ਬਹੁਤ ਵਧੀਆ ਔਰਤਾਂ ਦੀ ਰਿਸਪੈਕਟ ਕਰਦਾ ਹੈਗਾ। ਪਰ ਜੇ ਉਸ ਹਰ ਇਨਸਾਨ ਦੇ 2 ਜਾਂ 3 ਚਿਹਰੇ ਹੁੰਦੇ ਹੈਗੇ, ਕਿਸੇ ਸਾਹਮਣੇ ਕੋਈ ਚਿਹਰਾ ਹੁੰਦਾ, ਇੱਕ ਬਾਪ ਦਾ ਚਿਹਰਾ ਅਲੱਗ ਹੁੰਦਾ ਹੈ, ਇੱਕ ਭਰਾ ਦਾ ਚਿਹਰਾ ਅਲੱਗ ਹੁੰਦਾ ਹੈ, ਇੱਕ ਬੇਟੇ ਦਾ ਚਿਹਰਾ ਅਲੱਗ ਹੁੰਦਾ ਹੈ, ਇੱਕ ਪਤੀ ਦਾ ਚਿਹਰਾ ਅਲੱਗ ਹੁੰਦਾ ਹੈ। ਔਰ ਜੇ ਦੇਖਿਆ ਜਾਵੇ ਤਾਂ ਸਭ ਤੋਂ ਵਰਸਟ ਜਿਹੜਾ ਐਕਸਪੀਰੀਅੰਸ ਹੈਗਾ ਉਹ ਪਤੀ ਦੇ ਚਿਹਰੇ ਦਾ ਹੈਗਾ, ਕਿਉਂਕਿ ਜਿਹੜਾ ਪਤੀ ਨਾਮ ਦਾ ਪ੍ਰਾਣੀ ਹੁੰਦਾ ਜੇ ਦੇਖਿਆ ਜਾਵੇ ਉਹ ਔਰਤਾਂ ਨੂੰ ਜਿੱਦਾਂ ਮੈਂ ਕਹਿ ਰਹੀ ਹਾਂ ਆਲਵੇਜ਼ ਪੈਰ ਦੀ ਜੁੱਤੀ ਹੀ ਸਮਝਦਾ ਹੈਗਾ ਕਿ ਔਰਤਾਂ ਉਹਨਾਂ ਦੇ ਹਿਸਾਬ ਨਾਲ ਔਰਤਾਂ ਜਿਹੜੀਆਂ ਹੈਗੀਆਂ ਉਹ ਸਿਰਫ ਘਰ ਤੱਕ ਸੀਮਿਤ ਹੋਣੀਆਂ ਚਾਹੀਦੀਆਂ ਹੈਗੀਆਂ, ਉਹਨਾਂ ਨੂੰ ਆਜ਼ਾਦੀ ਨਾਲ ਜਾਂ ਸਟੈਂਡ ਹੋਣ ਦਾ ਕੋਈ ਵੀ ਹੱਕ ਨਹੀਂ। ਔਰ ਸ਼ਾਇਦ ਮੈਂ ਪ੍ਰੀਤ ਦੱਸਾਂ ਸਦੀਆਂ ਬੀਤ ਜਾਣਗੀਆਂ ਪਰ ਔਰਤਾਂ ਜਿਹੜੀਆਂ ਹੈਗੀਆਂ ਉਹ ਕਿਤੇ ਨਾ ਕਿਤੇ ਇਸ ਸ਼ੋਸ਼ਣ ਦਾ, ਇਸ ਅਸੱਭਿਅਤਾ ਦਾ ਮਤਲਬ ਇਸ ਕਹਿੰਦੇ ਵੀ ਗਾਲੀ ਗਲੋਚ ਦਾ ਸ਼ਿਕਾਰ ਜਿਹੜੀਆਂ ਹੈਗੀਆਂ ਹੁੰਦੀਆਂ ਜਾਣਗੀਆਂ, ਕਿਉਂਕਿ ਜਦ ਤੱਕ ਔਰਤਾਂ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕਰਨਗੀਆਂ ਤਦ ਤੱਕ ਜਿਹੜਾ ਸਮਾਜ ਨਹੀਂ ਸੁਧਰੇਗਾ। ਇਕੱਲਾ ਸਰਕਾਰਾਂ ਦੇ ਕੁਝ ਕਰਨ ਨਾਲ ਨਹੀਂ ਹੋਊਗਾ, ਪਰਿਵਾਰਾਂ ਨੂੰ ਵੀ ਕਰਨਾ ਪਏਗਾ। ਬਿਲਕੁਲ ਮਮਤਾ, ਸੋ ਅਸੀਂ ਤਾਂ ਜਾਂਦੇ ਇੱਕ ਲਾਈਨ ਮੈਂ ਇਹੀ ਕਹਿਣਾ ਚਾਹੂੰਗੀ ਮਮਤਾ ਕਿ ਇਸਤਰੀ ਨੂੰ ਸਨਮਾਨ ਦਿਵਾਈਏ, ਆਉਣ ਵਾਲਾ ਭਵਿੱਖ ਬਚਾਈਏ। ਹੁਣ ਇਹ ਤਾਂ ਦੇਖੋ ਜਿਹੜੇ ਘਰਾਂ 'ਚ ਇਸਤਰੀਆਂ ਹੈਗੀਆਂ ਮਤਲਬ ਆਪਣੀਆਂ ਕੁੜੀਆਂ ਤਾਂ ਸਭ ਨੂੰ ਪਿਆਰੀਆਂ ਨੇ, ਬਿਲਕੁਲ, ਪਰ ਦੂਜੇ ਦੀ ਜਿਹਨੂੰ ਕਹਿੰਦੇ ਨਾ ਦੂਜੇ ਦੀ ਧੀ ਕਿਸ ਨੂੰ ਵੀ ਪਿਆਰੀ ਨਹੀਂ ਹੁੰਦੀ। ਪਰ ਤੁਹਾਡਾ ਨਜ਼ਰੀਆ ਜਿਹੜਾ ਹੈਗਾ ਸਭ ਵਾਸਤੇ ਇੱਕੋ ਜਿਹਾ ਹੋਣਾ ਚਾਹੀਦਾ, ਸਾਰੀਆਂ ਔਰਤਾਂ ਨੂੰ
सम्मान ਦੀ ਨਿਗਾਹ ਨਾਲ ਦੇਖੋ, ਸਭ ਨੂੰ ਬਰਾਬਰੀ ਨਾਲ ਦੇਖੋ, ਕਿਸੇ ਵੱਲ ਵੀ ਤੁਸੀਂ ਬੁਰੀ ਨਿਗਾਹ ਨਾਲ ਨਾ ਦੇਖੋ, ਕਿਉਂਕਿ ਜਿੱਦਾਂ ਦੀ ਤੁਹਾਡੀ ਧੀ ਭੈਣ ਹੈਗੀ ਉਦਾਂ ਦੀ ਹੀ ਕਿਸੇ ਦੀ ਭੈਣ ਹੈਗੀ। ਔਰ ਸਿਰਫ 365 ਦਿਨਾਂ ਚੋਂ ਇੱਕ ਦਿਨ ਵੂਮਨ ਡੇ ਮਨਾ ਕੇ ਜਿਹੜਾ ਹੈਗਾ ਵੂਮਨਸ ਨੂੰ ਰਿਸਪੈਕਟ ਨਹੀਂ ਦਿੱਤੀ ਜਾ ਸਕਦੀ ਹੈਗੀ। ਤੁਹਾਨੂੰ ਸਾਰੀ ਉਮਰ ਜਿਹੜਾ ਹੈਗਾ ਔਰਤਾਂ ਦੀ ਇੱਜ਼ਤ ਕਰਨੀ ਚਾਹੀਦੀ ਹੈਗੀ, ਔਰਤਾਂ ਨੂੰ ਜੀ ਕਰਨਾ ਚਾਹੀਦਾ ਹੈਗਾ, ਕਿਉਂਕਿ ਉਹ ਕਹਿੰਦੇ ਨਾ ਜਿੰਨ ਜੰਮੇ ਰਾਜਾਨ, ਠੀਕ ਹੈ, ਜਿਨ੍ਹਾਂ ਨੇ ਰਾਜਿਆਂ ਨੂੰ ਜੰਮਿਆ ਹੈਗੇ, ਜੇ ਉਹਨਾਂ ਔਰਤਾਂ ਦੀ ਇੱਜ਼ਤ ਨਹੀਂ ਹੈਗੀ ਤਾਂ ਫਿਰ ਕਿਸੇ ਵੀ ਔਰਤ ਦੀ ਇੱਜ਼ਤ ਨਹੀਂ ਹੋ ਸਕਦੀ ਹੈਗੀ, ਕਿਉਂਕਿ ਸਮਾਜ ਜਿਹੜਾ ਹੈਗਾ ਮਰਦ ਪ੍ਰਧਾਨ ਹੈਗਾ ਔਰ ਕਿਸੇ ਵੀ ਤਰ੍ਹਾਂ ਨਾਲ ਜਿਹੜਾ ਹੈਗਾ ਆਲਵੇਜ਼ ਔਰਤ ਨੂੰ ਦੱਬਣ ਦੀ ਹੀ ਕੋਸ਼ਿਸ਼ ਕਰਦੇ ਆ। ਬਿਲਕੁਲ। ਸੋ ਦੋਸਤੋ, ਤੁਹਾਨੂੰ ਅੱਜ ਦਾ ਵਿਸ਼ਾ ਕਿਸ ਤਰ੍ਹਾਂ ਦਾ ਲੱਗਿਆ, ਆਪਣੇ ਸੁਝਾਅ ਤੇ ਐਡਵਾਈਸ ਦੇਣਾ ਨਾ ਭੁੱਲਿਆ ਕਰੋ। ਇਸ ਦੇ ਨਾਲ ਹੀ ਅਗਲੀ ਵਾਰ ਫਿਰ ਤੋਂ ਇਸੇ ਸਮੇਂ ਇਸੇ ਚੈਨਲ ਤੇ ਤੁਹਾਡੇ ਨਾਲ ਰੂਬਰੂ ਹੋਵਾਂਗੀ। ਤਦ ਤੱਕ ਲਈ ਮੈਨੂੰ, ਹਰਪ੍ਰੀਤ ਕੌਰ ਨੂੰ ਤੇ ਮਮਤਾ ਸ਼ਰਮਾ ਨੂੰ ਦਿਓ ਇਜਾਜ਼ਤ। ਰੱਬ ਰੱਖਾ।